ਕੰਸੈਪਟ ਹੈ ਜਿਹੜਾ ਕਿ ਆਪਾਂ ਆਲਰੇਡੀ ਕਵਰ ਕਰ ਚੁੱਕੇ ਹਾਂ, ਉਹਦੇ ਬਾਰੇ ਦੁਬਾਰਾ ਤੋਂ ਥੋੜੀ ਡਿਸਕਸ਼ਨ ਕਰ ਲਈਏ ਕਿ ਆਪਣੇ ਕੋਲ ਦੋ ਆਪਸ਼ਨ ਹੁੰਦੀਆਂ ਨੇ। ਵਨ ਇਜ਼ ਦਾ ਇੰਪਲੀਮੈਂਟੇਸ਼ਨ, ਅਨਦਰ ਵਨ ਇਜ਼ ਦਾ ਇੰਟਰਫੇਸ। ਇੰਟਰਫੇਸ ਮੀਨਸ ਕਿ ਐਂਡ ਯੂਜ਼ਰ ਨੂੰ ਕੀ ਦਿਖਣਾ ਆ, ਠੀਕ ਹੈ। ਔਰ ਇੰਪਲੀਮੈਂਟੇਸ਼ਨ ਮੀਨਸ ਕਿ ਉਸ ਚੀਜ਼ ਨੂੰ ਆਪਾਂ ਇੰਪਲੀਮੈਂਟ ਕਰਨਾ ਕਿਵੇਂ ਆ। ਫੋਰ ਐਗਜ਼ਾਮਪਲ ਜਦੋਂ ਆਪਾਂ ਰਿਮੋਟ ਦੀ ਗੱਲ ਕਰਦੇ ਆ ਤਾਂ ਇੱਕ ਰਿਮੋਟ ਦੇ ਉੱਪਰ ਬਹੁਤ ਸਾਰੇ ਬਟਨਸ ਹੁੰਦੇ ਨੇ, ਠੀਕ ਹੈ। ਸੋ ਉਹ ਜਿਹੜੇ ਬਟਨਸ ਨੇ ਦੈਟ ਇਜ਼ ਦਾ ਇੰਟਰਫੇਸ, ਕਿ ਆ ਬਟਨ ਜਦੋਂ ਯੂਜ਼ਰ ਪ੍ਰੈਸ ਕਰੇਗਾ ਤਾਂ ਵੋਲਿਊਮ ਅਪ ਹੋ ਜਾਏਗਾ, ਆ ਬਟਨ ਜਦੋਂ ਪ੍ਰੈਸ ਕਰੇਗਾ ਤਾਂ ਵੋਲਿਊਮ डाउन हो जाएगा। तो दिस इज द इंटरफेस कि यूजर ਨੂੰ ਕੀ ਦਿਖ ਰਿਹਾ ਹੈ, ਠੀਕ। ਔਰ ਇੰਪਲੀਮੈਂਟੇਸ਼ਨ ਮੀਨਸ ਕਿ ਜਦੋਂ ਆਪਾਂ ਵੋਲਿਊਮ ਬਟਨ ਪ੍ਰੈਸ ਕੀਤਾ ਤਾਂ ਬੈਕ ਐਂਡ ਦੇ ਉੱਤੇ ਟੀਵੀ ਦੇ ਵਿੱਚ ਵੋਲਿਊਮ ਕਿਵੇਂ ਚੇਂਜ ਹੋਇਆ, ਉਹਦਾ ਲੌਜੀਕ ਕੀ ਸੀਗਾ, ਉਹਦੀ ਇੰਪਲੀਮੈਂਟੇਸ਼ਨ। ਸੋ ਇਨ ਦਾ ਸਿਮਿਲਰ ਵੇ ਜਦੋਂ ਆਪਾਂ ਐਬਸਟ੍ਰੈਕਟ ਡਾਟਾ ਟਾਈਪ ਕ੍ਰੀਏਟ ਕਰਦੇ ਹਾਂ ਫੋਰ ਐਗਜ਼ਾਮਪਲ, ਤਾਂ ਆਪਾਂ ਐਬਸਟ੍ਰੈਕਟ ਡਾਟਾ ਟਾਈਪ ਦੇ ਵਿੱਚ ਇੰਟਰਫੇਸ ਜਿਹੜਾ ਕ੍ਰੀਏਟ ਹੁੰਦਾ ਹੈ। ਜੇ ਆਪਾਂ ਐਬਸਟ੍ਰੈਕਟ ਡਾਟਾ ਟਾਈਪ ਕਲਾਸਿਸ ਦੇ ਕਨਸੈਪਟ ਦੇ ਨਾਲ ਇੰਪਲੀਮੈਂਟ ਕਰਦੇ ਆ ਤਾਂ ਕਲਾਸਿਸ ਦੇ ਵਿੱਚ ਦੋ ਤਰ੍ਹਾਂ ਦੀਆਂ ਵੈਲਿਊਜ਼, ਦੋ ਤਰ੍ਹਾਂ ਦੇ ਕੀਵਰਡਸ ਹੁੰਦੇ ਨੇ। ਵਨ ਇਜ਼ ਪਬਲਿਕ ਐਂਡ ਵਨ ਇਜ਼ ਪ੍ਰਾਈਵੇਟ। ਸੁਣਿਆ ਹੋਏਗਾ ਮੇਬੀ ਤੁਸੀਂ, ਹੈ ਨਾ। ਪਬਲਿਕ ਕੀਵਰਡ ਹੁੰਦਾ ਹੈ, ਇੱਕ ਪ੍ਰਾਈਵੇਟ ਕੀਵਰਡ ਹੁੰਦਾ ਹੈ। ਪ੍ਰਾਈਵੇਟ ਕਿਹੜੀਆਂ ਚੀਜ਼ਾਂ ਰੱਖਣੀਆਂ ਨੇ ਆਪਾਂ ਨੇ, ਸਾਰੇ ਵੇਰੀਏਬਲ ਜਿਹੜੇ ਉਸ ਕਲਾਸ ਦਾ ਪਾਰਟ ਹੈ ਉਹਨਾਂ ਨੂੰ ਆਪਾਂ ਰੱਖਦੇ ਹਾਂ ਪ੍ਰਾਈਵੇਟ। ਪ੍ਰਾਈਵੇਟ ਦਾ ਮਤਲਬ ਕੀ ਹੋ ਗਿਆ ਕਿ these variables should not be accessible from outside the class। ਕਲਾਸ ਦੇ ਅੰਦਰੋਂ ਜਿਹੜਾ ਮਰਜੀ ਮੈਥਡ ਹੋਵੇ ਜਾਂ ਜਿਹੜਾ ਮਰਜੀ ਕੋਈ ਹੋਰ ਸਟਰਕਚਰ ਹੋਵੇ ਉਹ ਇਹਨੂੰ ਵੇਰੀਏਬਲ ਨੂੰ ਅਸੈਸ ਕਰ ਸਕਦਾ ਹੈ, ਬਟ ਕਲਾਸ ਦੇ ਬਾਹਰ ਇਹ ਵੇਰੀਏਬਲ ਅਸੈਸ ਨਹੀਂ ਹੋਣਗੇ। ਸੋ ਦਿਸ ਇਜ਼ ਕਾਲਡ ਦ ਕਨਸੈਪਟ ਆਫ ਡੇਟਾ ਹਾਈਡਿੰਗ। ਜਦੋਂ ਤੁਸੀਂ C++ ਪੜ੍ਹਦੇ ਹੋ ਤਾਂ ਤੁਸੀਂ ਇਹਨਾਂ ਚੀਜ਼ਾਂ ਬਾਰੇ ਆਲਰੇਡੀ ਪੜ੍ਹਿਆ ਹੋਏਗਾ, ਠੀਕ ਹੈ। ਪਬਲਿਕ ਕੀ ਚੀਜ਼ ਹੈ, ਪਬਲਿਕ ਮੀਨ ਦੇ ਆਰ ਅਸੈਸਿਬਲ ਫਰੋਮ ਆਊਟਸਾਈਡ ਦੀ ਕਲਾਸ। ਹੁਣ ਆਊਟਸਾਈਡ ਦੀ ਕਲਾਸ ਕਿਹੜੀਆਂ ਚੀਜ਼ਾਂ ਨੂੰ ਆਪਾਂ ਅਸੈਸਿਬਲ ਕਰਾਉਣਾ ਹੈ, ਆਪਾਂ ਉਹਨਾਂ ਫੰਕਸ਼ਨਸ ਨੂੰ ਜਿਹੜੇ ਆਪਾਂ ਕਾਲ ਕਰਨੇ ਆ। ਜਦੋਂ ਆਪਾਂ ਕਿਸੇ ਵੀ ਡਾਟਾ ਸਟਰਕਚਰ ਨੂੰ ਕ੍ਰੀਏਟ ਕਰਾਂਗੇ ਤਾਂ ਆਪਾਂ ਉਹ ਵਾਲੇ ਫੰਕਸ਼ਨਸ ਜਿਹੜੇ ਆਪਾਂ ਐਂਡ ਯੂਜ਼ਰ ਨੂੰ ਸ਼ੋ ਕਰਨੇ ਆ, ਐਂਡ ਯੂਜ਼ਰ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਕਾਲ ਕਰਨੇ ਆ, ਤਾਂ ਉਹ ਸਾਰੇ ਚੀਜ਼ਾਂ ਆਪਾਂ ਪਬਲਿਕ ਰੱਖਾਂਗੇ। ਉਹ ਸਾਰੇ ਮੈਥਡ ਆਪਾਂ ਪਬਲਿਕ ਰੱਖਾਂਗੇ ਤਾਂ ਕਿ ਯੂਜ਼ਰ ਜਿਹੜਾ ਹੈ ਉਹਨਾਂ ਫੰਕਸ਼ਨ ਨੂੰ ਕਾਲ ਕਰ ਸਕੇ, ਕਿਉਂਕਿ ਉਹ ਫੰਕਸ਼ਨ ਕਲਾਸ ਦਾ ਹਿੱਸਾ ਹੈ। ਉਹ ਫੰਕਸ਼ਨ ਅੱਗੋਂ ਪ੍ਰਾਈਵੇਟ ਡਾਟਾ ਦੇ ਉੱਤੇ ਜਾਂ ਪ੍ਰਾਈਵੇਟ ਵੇਰੀਏਬਲ ਦੇ ਉੱਪਰ ਉਹਨਾਂ ਦੀਆਂ ਵੈਲਿਊਜ਼ ਨੂੰ ਚੇਂਜ ਕਰਨਗੇ ਜਾਂ ਉਹਨਾਂ ਦੀਆਂ ਵੈਲਿਊਜ਼ ਨੂੰ ਰੀਡ ਕਰਨਗੇ, ਜਿਹੜੇ ਕਿ ਡਾਇਰੈਕਟਲੀ ਅਦਰਵਾਈਜ਼ ਬਾਹਰੋਂ ਅਸੈਸ ਨਹੀਂ ਹੋ ਸਕਦੇ। ਸੋ ਐਬਸਟ੍ਰੈਕਟ ਡਾਟਾ ਟਾਈਪ ਦੇ ਵਿੱਚ ਜਦੋਂ ਤੁਸੀਂ ਐਜ਼ ਏ ਪ੍ਰੋਗਰਾਮਰ ਬਣਾ ਰਹੇ ਹੋ ਤਾਂ ਤੁਹਾਨੂੰ ਸਾਰੀਆਂ ਇੰਪਲੀਮੈਂਟੇਸ਼ਨ ਡਿਟੇਲਸ ਪਤਾ ਹੋਣੀਆਂ ਚਾਹੀਦੀਆਂ ਨੇ। ਤੁਹਾਡੇ ਵਾਸਤੇ ਕੋਈ ਐਬਸਟ੍ਰੈਕਸ਼ਨ ਨਹੀਂ ਹੈ, ਬਟ ਜਦੋਂ ਤੁਸੀਂ ਯੂਜ਼ਰ ਦੀ ਥਾਂ ਤੇ ਖੜ ਕੇ ਦੇਖਦੇ ਹੋ ਤਾਂ ਤੁਹਾਡੇ ਵਾਸਤੇ ਸਿਰਫ ਇੰਟਰਫੇਸ, ਫਿਰ ਤੁਸੀਂ ਇੰਟਰਫੇਸ ਦੀ ਚੈਕਿੰਗ ਕਰਨੀ ਹੈ ਕਿ ਇੰਟਰਫੇਸ ਸਹੀ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਕਿ ਮੈਂ ਜੇ ਬਾਹਰੋਂ ਕਿਸੇ ਫੰਕਸ਼ਨ ਨੂੰ ਕਾਲ ਕਰ ਰਿਹਾ ਤਾਂ ਉਹ ਇੰਟੈਂਡਡ ਟਾਸਕ ਜੋ ਉਸ ਫੰਕਸ਼ਨ ਨੂੰ ਕਰਨਾ ਚਾਹੀਦਾ ਸੀਗਾ ਉਹ ਫੰਕਸ਼ਨ ਉਹ ਕੰਮ ਪੂਰਾ ਕਰ ਰਿਹਾ ਕਿ ਨਹੀਂ ਕਰ ਰਿਹਾ। So then you will check the interface, but when you are developing the class then you have to know about the all the implementations। ਤੇ abstract data type ਦੇ ਵਿੱਚ ਤੁਸੀਂ ਐਜ਼ ਏ ਡਿਵੈਲਪਰ ਵੀ ਖੜੇ ਹੋਣਾ ਹੈ, ਐਜ਼ ਏ ਯੂਜ਼ਰ ਵੀ ਤੁਹਾਨੂੰ ਹੀ ਰੋਲ ਪਲੇ ਕਰਨਾ ਹੈ। ਤੁਸੀਂ ਡਿਵੈਲਪਰ ਦਾ ਰੋਲ ਜਦੋਂ ਪਲੇ ਕਰ ਰਹੇ ਹੋਵੋਗੇ ਤਾਂ ਸਾਰੀ ਇੰਪਲੀਮੈਂਟੇਸ਼ਨ ਤੁਹਾਨੂੰ ਕਰਨੀ ਪਏਗੀ। ਜਦੋਂ ਯੂਜ਼ਰ ਦਾ ਰੋਲ ਪਲੇ ਕਰ ਰਹੇ ਹੋਵੋਗੇ ਤਾਂ ਤੁਸੀਂ ਸਾਰੀ ਚੈਕਿੰਗ ਜਿਹੜੀ ਟੈਸਟਿੰਗ ਹੈ ਇੰਟਰਫੇਸ ਦੀ ਕਿ ਕਿਹੜਾ ਕਿਹੜਾ ਇੰਟਰਫੇਸ ਅਵੇਲੇਬਲ ਹੈ ਔਰ ਉਹਨਾਂ ਨੂੰ ਕਿਵੇਂ ਯੂਜ਼ ਕਰਨਾ ਹੈ, ਉਹ ਵੀ ਸਾਰੇ ਪ੍ਰੋਗਰਾਮ ਤੁਸੀਂ ਹੀ ਬਣਾਉਣੇ ਆ, ਠੀਕ। ਸੋ ਐਬਸਟ੍ਰੈਕਟ ਡਾਟਾ ਟਾਈਪ ਆਪਾਂ ਜਿਹੜੀ ਇਸ ਸਾਰੇ ਕੋਰਸ ਦੇ ਦੌਰਾਨ ਜਿੰਨੇ ਵੀ ਆਪਾਂ ਡਾਟਾ ਸਟਰਕਚਰ ਕ੍ਰੀਏਟ ਕਰਾਂਗੇ ਉਹ ਸਾਰੇ ਡਾਟਾ ਸਟਰਕਚਰ ਐਬਸਟ੍ਰੈਕਟ ਡਾਟਾ ਟਾਈਪ ਦੇ ਵੇ ਦੇ ਨਾਲ ਹੀ ਇੰਪਲੀਮੈਂਟ ਹੋਣੇ ਆ। ਸੋ ਇਹ ਕਨਸੈਪਟ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈ। ਪਿਛਲੀ ਕਲਾਸ ਦੇ ਵਿੱਚ ਵੀ ਆਪਾਂ ਇੱਕ ਵਾਰੀ ਡਿਸਕਸ ਕਰ ਚੁੱਕੇ ਹਾਂ ਇਹਦੇ ਰਿਗਾਰਡਿੰਗ, ਇੱਕ ਲੈਕਚਰ ਆਲਰੇਡੀ ਵੀਡੀਓ ਲੈਕਚਰ ਅਪਲੋਡ ਕਰ ਦਿੱਤਾ ਸੀ ਜਿਹੜਾ ਮੈਂ ਪਿਛਲੀ ਕਲਾਸ ਡਿਸਕਸ ਕੀਤਾ ਸੀ। ਅਗੇਨ ਫਿਰ ਵੀ ਜੇ ਕਿਸੇ ਨੂੰ ਕੋਈ ਡਾਊਟ ਹੋਵੇ ਦੁਬਾਰਾ ਇੰਡੀਵਿਜੂਅਲੀ ਵੀ ਪੁੱਛ ਸਕਦਾ ਹੈ ਜਾਂ ਕਲਾਸ ਦੇ ਵਿੱਚ ਨੈਕਸਟ ਕਲਾਸ ਦੇ ਵਿੱਚ ਜਦੋਂ ਵੀ ਕਿਸੇ ਦਾ ਡਾਊਟ ਕ੍ਰੀਏਟ ਹੁੰਦਾ ਦੁਬਾਰਾ ਤੁਸੀਂ ਪੁੱਛ ਸਕਦੇ ਹੋ, ਠੀਕ। ਸੋ ਨੈਕਸਟ ਕਮਿੰਗ ਟੂ ਦ ਡੈਫੀਨੇਸ਼ਨ ਆਫ ਡਾਟਾ ਸਟਰਕਚਰ। ਡਾਟਾ ਸਟਰਕਚਰ ਕੀ ਚੀਜ਼ ਹੈ? So data structure is a way for the concrete implementation of abstract data type। So abstract data type ਇੱਕ concept ਹੈ, ਜਿਵੇਂ for example ਆਪਾਂ stack ਬਣਾਉਣੀ ਹੈ ਜਾਂ link list ਬਣਾਉਣਾ ਹੈ ਜਾਂ queues create ਕਰਨੀਆਂ ਨੇ। So all those are abstract data type। ਉਹ concept ਹੈ, ਉਸ concept ਦੀ ਜਦੋਂ ਆਪਾਂ implementation ਕਰਨੀ ਹੈ ਤਾਂ implementation ਜੋ ਕਰਨ ਦਾ ਤਰੀਕਾ ਹੈ that is your data structure। ਕਿ ਡੇਟਾ ਨੂੰ ਤੁਸੀਂ ਕਿਸ ਹਿਸਾਬ ਨਾਲ ਸਟਰਕਚਰ ਕ੍ਰੀਏਟ ਕਰਦੇ ਹੋ। ਸੋ ਡਾਟਾ ਦੇ ਬਹੁਤ ਤਰ੍ਹਾਂ ਦੇ ਸਟਰਕਚਰ ਕ੍ਰੀਏਟ ਕੀਤੇ ਜਾ ਸਕਦੇ ਆ ਡਾਟਾ ਨੂੰ ਲੈ ਕੇ। ਜਿਵੇਂ ਆਪਾਂ ਕੋਈ ਬਿਲਡਿੰਗ ਕ੍ਰੀਏਟ ਕਰਨੀ ਹੋਵੇ ਤਾਂ ਉਹਦੇ ਕਈ ਤਰ੍ਹਾਂ ਦੇ ਸਟਰਕਚਰ ਬਣ ਜਾਂਦੇ ਆ, ਠੀਕ ਹੈ। ਸੋ ਉਸੇ ਤਰ੍ਹਾਂ ਡਾਟਾ ਨੂੰ ਆਪਾਂ ਡਾਟਾ ਦੀ ਗੱਲ ਕਰਦੇ ਆ ਤਾਂ ਆਪਾਂ ਕੋਲ ਬਹੁਤ ਤਰ੍ਹਾਂ ਦੇ ਸਟਰਕਚਰ ਬਣਦੇ ਆ ਕਿ ਉਸ ਡਾਟਾ ਨੂੰ ਕਿਸ ਤਰ੍ਹਾਂ ਆਰਗੇਨਾਈਜ਼ ਕੀਤਾ ਜਾਵੇ। ਸੋ ਐਗਜ਼ਾਮਪਲ ਹੈਗੀ ਹੈ ਐਰੇਜ਼,
ਸਭ ਤੋਂ ਬੇਸਿਕ ਹੈ ਵੇਰੀਏਬਲ ਕਿ ਆਪਾਂ ਡਾਟਾ ਨੂੰ ਕਿਵੇਂ ਸਟੋਰ ਕਰ ਸਕਦੇ ਹਾਂ। ਵੀ ਕੈਨ ਸਟੋਰ ਦਾ ਡਾਟਾ ਇਨ ਦਾ ਫਾਰਮ ਆਫ ਵੇਰੀਏਬਲ। ਤਾਂ ਜਦੋਂ ਮੈਂ ਇੰਟੀਜਰ x y z ਤਿੰਨ ਵੇਰੀਏਬਲ ਬਣਾਏ ਤਾਂ ਮੈਮਰੀ ਦੇ ਵਿੱਚ ਕੀ ਹੋਇਆ, ਮੈਮਰੀ ਦੇ ਵਿੱਚ ਆਪਣੇ ਕੋਲ ਤਿੰਨ ਲੋਕੇਸ਼ਨਸ ਐਲੋਕੇਟ ਹੋ ਗਈਆਂ। ਫੋਰ ਐਗਜ਼ਾਮਪਲ ਪਹਿਲੀ ਲੋਕੇਸ਼ਨ ਹੈ 30 30, ਦੂਸਰੀ ਲੋਕੇਸ਼ਨ ਹੈ 40 40 20, ਤੀਸਰੀ ਲੋਕੇਸ਼ਨ ਹੋ ਸਕਦੀ ਹੈ 31 35, ਕੁਝ ਵੀ ਹੋ ਸਕਦਾ ਹੈ। ਠੀਕ ਹੈ, ਸੋ ਜਿਹੜੀਆਂ ਲੋਕੇਸ਼ਨਸ ਹੈ x y ਐਂਡ z, तो ਜਿਹੜੀ ਆ ਐਡਰੈਸ ਹੈ ਇਸ ਐਡਰੈਸ ਦਾ ਨਾਮ ਹੋ ਗਿਆ x, ਇਹ ਐਡਰੈਸ ਦਾ ਨਾਮ ਹੋ ਗਿਆ y, ਇਸ ਐਡਰੈਸ ਦਾ ਨਾਮ ਹੋ ਗਿਆ z। ਸੋ ਆਪਣੇ ਪ੍ਰੋਗਰਾਮ ਵਾਸਤੇ ਨਾਮ ਹੈਗੇ ਨੇ x y z, ਬਟ ਕੰਪਿਊਟਰ ਵਾਸਤੇ ਨਾਮ ਹੈਗੇ ਨੇ ਇਹ ਵਾਲੇ। ਕੰਪਿਊਟਰ ਨਾਮ ਨੂੰ ਨਹੀਂ ਯੂਜ਼ ਕਰਦਾ, ਕੰਪਿਊਟਰ ਇੰਟਰਨਲੀ ਐਡਰੈਸਸ ਨੂੰ ਯੂਜ਼ ਕਰਦਾ ਹੈ। ਠੀਕ, ਸੋ ਜਦੋਂ ਆਪਾਂ ਵੈਲਿਊ ਸਟੋਰ ਕਰਨੀ ਹੈ, ਜਦੋਂ ਮੈਂ x = 5 ਲਿਖਿਆ ਤਾਂ ਕੰਪਿਊਟਰ ਨੇ ਇਹਨੂੰ ਮੈਪ ਕਰਨਾ ਹੈ ਕਿ x ਦਾ ਐਡਰੈਸ ਕੀ ਹੈ, ਉਸ ਐਡਰੈਸ ਦੇ ਵਿੱਚ ਉਹਨੇ ਵੈਲਿਊ 5 ਫਿਲ ਕਰਨੀ ਹੈ। ਠੀਕ, ਸੋ ਇਸ ਤਰ੍ਹਾਂ ਕਰਕੇ ਤੁਹਾਡਾ ਜਿਹੜਾ ਟਾਸਕ ਹੈ ਕੰਪਲੀਟ ਹੁੰਦਾ ਹੈ। ਸੋ ਸਭ ਤੋਂ ਪਹਿਲਾਂ ਤੁਸੀਂ ਡੇਟਾ ਨੂੰ ਇਨ ਦਾ ਫਾਰਮ ਆਫ ਵੇਰੀਏਬਲ ਸਟੋਰ ਕਰ ਸਕਦੇ ਹੋ। ਜਦੋਂ ਬਹੁਤ ਲਾਰਜ ਅਮਾਉਂਟ ਆਫ ਡਾਟਾ ਹੋ ਜਾਂਦਾ ਹੈ, ਜਿਵੇਂ ਆਪਾਂ ਕਿਸੇ ਸਾਰੀ ਕਲਾਸ ਦੇ ਰੋਲ ਨੰਬਰ ਸਟੋਰ ਕਰਨੇ ਆ, ਤਾਂ ਰੋਲ ਨੰਬਰ ਨੂੰ ਕ੍ਰੀਏਟ ਕਰਨ ਵਾਸਤੇ ਇੱਕ ਮੇਰੇ ਕੋਲ ਮੈਥਡ ਹੈ ਕਿ ਮੈਂ ਰੋਲ ਨੰਬਰ 1, ਰੋਲ ਨੰਬਰ 2, ਰੋਲ ਨੰਬਰ 3, ਜੇ ਮੇਰੇ ਕੋਲ 100 ਸਟੂਡੈਂਟ ਹੈ ਤਾਂ ਮੈਂ 100 ਵੇਰੀਏਬਲ ਕ੍ਰੀਏਟ ਕਰ ਲਵਾਂ। ਠੀਕ, ਜਾਂ ਜੇ ਮੇਰੇ ਕੋਲ 1000 ਸਟੂਡੈਂਟ ਹੈ ਤਾਂ ਮੈਨੂੰ 1000 ਵੇਰੀਏਬਲ ਕ੍ਰੀਏਟ ਕਰਨੇ ਪੈਣਗੇ। ਔਰ ਦੂਸਰਾ ਤਰੀਕਾ ਕੀ ਹੈ ਕਿ ਮੈਂ ਇੱਕੋ ਹੀ ਵੇਰੀਏਬਲ ਕ੍ਰੀਏਟ ਕਰਾਂ ਔਰ ਉਹਨੂੰ ਐਰੇ ਦੀ ਫਾਰਮ ਦੇ ਵਿੱਚ ਕ੍ਰੀਏਟ ਕਰ ਲਾਂ, ਤਾਂ ਮੈਂ ਉਹੀ ਇੱਕ ਵੇਰੀਏਬਲ ਦੇ ਨਾਲ ਹੀ 100 ਲੋਕੇਸ਼ਨ ਨੂੰ ਅਸੈਸ ਕਰ ਸਕਦਾ ਜਾਂ 1000 ਲੋਕੇਸ਼ਨ ਨੂੰ ਅਸੈਸ ਕਰ ਸਕਦੇ ਹਾਂ। ਸੋ ਦੈਟ ਇਜ਼ ਅਗੇਨ ਵੇ ਆਫ ਅਰੇਂਜਿੰਗ ਦੇ ਡਾਟਾ ਇਨ ਦਾ ਕੰਪਿਊਟਰ ਮੈਮਰੀ। ਸੋ ਉਹ ਤੁਹਾਡੀ ਹੈ ਐਰੇਜ਼, ਜਿਹੜੀਆਂ ਕਿ ਆਪਾਂ ਆਲਰੇਡੀ ਕਵਰ ਕਰ ਲਈਆਂ ਹੋਈਆਂ ਨੇ। ਸੋ ਡੇਟਾ ਨੂੰ ਤੁਸੀਂ ਇੰਡੀਵਿਜੂਅਲੀ ਵੀ ਸਟੋਰ ਕਰ ਸਕਦੇ ਹੋ, ਡਾਟਾ ਨੂੰ ਤੁਸੀਂ ਐਰੇ ਦੇ ਸਟਰਕਚਰ ਦੇ ਵਿੱਚ ਵੀ ਸਟੋਰ ਕਰ ਸਕਦੇ ਆ। ਡਾਟਾ ਨੂੰ ਕ੍ਰੀਏਟ ਕਰਨ ਵਾਸਤੇ, ਸਟੋਰ ਕਰਨ ਵਾਸਤੇ ਆਪਣੇ ਕੋਲ ਲਿੰਕ ਲਿਸਟ ਵੀ ਹੈਗੀਆਂ ਨੇ। ਡਾਟਾ ਨੂੰ ਸਟੋਰ ਕਰਨ ਵਾਸਤੇ ਆਪਣੇ ਕੋਲ ਸਟੈਕਸ ਵੀ ਹੈਗੀਆਂ ਨੇ, ਕਿਊਜ਼ ਵੀ ਹੈਗੀਆਂ ਨੇ, ਟਰੀਜ਼ ਵੀ ਹੈਗੇ ਨੇ, ਗ੍ਰਾਫ ਵੀ ਹੈਗੇ ਨੇ, ਸਾਰਾ ਕੁਝ ਹੈਗਾ। ਸੋ ਕਹਾਣੀ ਕੀ ਹੈ ਕਿ ਜਿਹੜੀ ਆਪਣੀ ਮੈਮਰੀ ਹੈ, ਉਹ ਮੈਮਰੀ ਤਾਂ ਹੈਗੀ ਹੈ ਲੀਨੀਅਰ। ਮੈਮਰੀ ਕੀ ਹੈ, ਇਟ ਇਜ਼ ਅ ਲੀਨੀਅਰ। ਲੀਨੀਅਰ ਦਾ ਮਤਲਬ ਕੀ ਹੈ, ਆਪਣੇ ਕੋਲ ਆ ਰੈਮ ਹੈ। ਸੋ ਰੈਮ ਦੇ ਵਿੱਚ ਆਪਣੇ ਕੋਲ ਕੁਝ ਮਿਨੀਮਮ ਐਡਰੈਸ 0 ਹੈ ਔਰ ਕੁਝ ਮੈਕਸਿਮਮ ਐਡਰੈਸ ਹੈ, ਡਿਪੈਂਡਿੰਗ ਅਪਨ ਦਾ ਸਾਈਜ਼ ਆਫ ਰੈਮ ਇਨ ਯੂਰ ਕੰਪਿਊਟਰ ਸਿਸਟਮ। ਸੋ ਕਿਸੇ ਦੇ ਕੰਪਿਊਟਰ ਦੇ ਵਿੱਚ ਰੈਮ ਜੋ ਹੈ ਉਹ 4 GB ਦੀ ਲੱਗੀ ਹੋਈ ਹੈ, ਕਿਸੇ ਦੇ ਵਿੱਚ 8 GB ਦੀ ਲੱਗੀ ਹੈ, ਸੋ ਕਿਸੇ ਦੇ ਵਿੱਚ 2 GB ਵਾਲੀ ਹੀ ਹੈ। ਅਕੋਰਡਿੰਗਲੀ ਜਿਹੜੇ ਮੈਕਸਿਮਮ ਐਡਰੈਸ ਹੈ ਉਹ ਚੇਂਜ ਹੁੰਦੇ ਰਹਿੰਦੇ ਆ। ਸੋ ਇਸ ਰੈਮ ਦੇ ਵਿੱਚ ਜਿਹੜਾ ਰੈਮ ਦਾ ਸਟਰਕਚਰ ਉਹ ਲੀਨੀਅਰ ਹੈ। ਲੀਨੀਅਰ ਦਾ ਮਤਲਬ ਕੀ ਹੈ, ਪਹਿਲਾਂ 0 ਐਡਰੈਸ ਆਏਗਾ, फिर 1 एड्रेस आएगा, फिर 2 एड्रेस आएगा, फिर 3 एड्रेस आएगा एंड सो ऑन चलते चलते लास्ट एड्रेस आएगा। ठीक, सो ये स्ट्रक्चर तो अपने को इसे तरह ही है और इनू ਆਪਾਂ ਚੇਂਜ ਨਹੀਂ ਕਰ ਸਕਦੇ ਕਿਉਂਕਿ RAM ਜੋ ਹੈ that is basically a hardware। ਉਹ ਹਾਰਡਵੇਅਰ ਹੈ, ਉਹਦੇ ਵਿੱਚ ਤੁਹਾਡੇ ਕੋਲ ਫਲਿਪ ਫਲॉप ਜੁੜੇ ਹੋਏ ਨੇ, ਫਲਿਪ ਫਲॉप ਜੋੜ ਕੇ ਇੱਕ ਸਟਰਕਚਰ ਬਣਾਇਆ ਹੋਇਆ ਹੈ। ਠੀਕ, ਸੋ ਉਹ ਇੱਕ ਹਾਰਡਵੇਅਰ ਹੈ ਜਿਹਨੂੰ ਤੁਸੀਂ ਆਪਾਂ ਚੇਂਜ ਨਹੀਂ ਕਰ ਸਕਦੇ। ਬਟ ਇਸੇ RAM ਨੂੰ ਆਪਾਂ ਇਨ ਦਾ ਫਾਰਮ ਆਫ ਵੇਰੀਏਬਲ ਵੀ ਦੇਖ ਲੈਂਦੇ ਆ। ਇਸੇ ਰੈਮ ਦੇ ਵਿੱਚ ਹੀ ਆਪਣੇ ਕੋਲ ਐਰੇ ਵੀ ਹੈ। ਠੀਕ ਹੈ, ਐਰੇ ਦੇ ਵਿੱਚ ਆਪਾਂ ਜਦੋਂ ਮੈਮਰੀ ਨੂੰ ਕੰਟੀਜੀਅਸਲੀ ਐਲੋਕੇਟ ਕਰ ਦਿੰਦੇ ਆ, ਦੈਟ ਇਜ਼ ਯੋਰ ਐਰੇ। ਇਸੇ ਰੈਮ ਦੇ ਵਿੱਚੋਂ ਆਪਾਂ ਲਿੰਕ ਲਿਸਟ ਕ੍ਰੀਏਟ ਕਰਨੀ ਹੈ, ਜਿਹਦੇ ਵਿੱਚ ਆਪਾਂ ਇੱਕ ਨੋਡ ਇੱਥੇ ਕ੍ਰੀਏਟ ਕਰਾਂਗੇ, ਅਗਲੀ ਨੋਡ ਇੱਥੇ ਲਗਾਵਾਂਗੇ, ਤਾਂ ਇਸ ਨੋਡ ਤੋਂ ਇੱਥੇ ਜਾ ਰਿਹਾ, ਇਸ ਨੋਡ ਤੋਂ ਇੱਥੇ ਆ ਰਿਹਾ, ਇਸ ਨੋਡ ਤੋਂ ਬਾਅਦ ਅੱਗੇ ਕਿਤੇ ਹੋਰ ਜਾ ਰਿਹਾ, ਇਸ ਨੋਡ ਤੋਂ ਬਾਅਦ ਫਿਰ ਕਿਤੇ ਹੋਰ ਜਾ ਰਿਹਾ। ਸੋ ਦੈਟ ਇਜ਼ ਯੋਰ ਲਿੰਕ ਲਿਸਟ। ਹੁਣ ਆਪਣੇ ਕੋਲ ਹੈਗੀ ਤਾਂ ਉਹ ਲੀਨੀਅਰ ਮੈਮਰੀ ਹੀ ਹੈ, ਬਟ ਆਪਾਂ ਉਸੇ ਵਿੱਚੋਂ ਹੀ ਲਿੰਕ ਲਿਸਟ ਕ੍ਰੀਏਟ ਕਰ ਰਹੇ ਹਾਂ। तो ਜਦੋਂ ਆਪਾਂ ਟਰੀ ਦਾ ਸਟਰਕਚਰ ਕ੍ਰੀਏਟ ਕਰਦੇ ਹਾਂ ਤਾਂ ਟਰੀ ਦੇ ਵਿੱਚ ਇੱਕ ਲੈਫਟ ਨੋਡ ਹੈ, ਇੱਕ ਆਪਣੇ ਕੋਲ ਰਾਈਟ ਨੋਡ ਹੈ। ਲੈਫਟ ਦੇ ਅੱਗੇ ਫਿਰ ਲੈਫਟ ਨੋਡ ਨੇ, ਰਾਈਟ ਦੇ ਅੱਗੇ ਫਿਰ ਰਾਈਟ ਨੋਡ ਨੇ ਜਾਂ ਲੈਫਟ ਨੋਡ ਹੈਗੀਆਂ ਨੇ। ਹੁਣ ਇਹ ਦੇਖਣ ਨੂੰ ਤਾਂ ਸਟਰਕਚਰ ਇਹੋ ਜਿਹਾ ਹੀ ਹੈ, ਬਟ ਇਹਨੂੰ ਜਦੋਂ ਆਪਾਂ ਮੈਮਰੀ ਦੇ ਵਿੱਚ ਸਟੋਰ ਕਰਨਾ ਹੈ ਤਾਂ ਆਪਣੇ ਕੋਲ ਮੈਮਰੀ ਤਾਂ ਲੀਨੀਅਰ ਹੀ ਹੈ, ਤਾਂ ਆਪਾਂ ਇਸ ਨੂੰ ਮੈਪ ਕਰਾਂਗੇ ਕਿ ਇਹ ਨੋਡ ਮੇਰੀ ਇੱਥੇ ਆਏਗੀ, ਇਹ ਨੋਡ ਮੇਰੀ ਇੱਥੇ ਜਾਏਗੀ, ਇਹ ਨੋਡ ਮੇਰੀ ਇੱਥੇ ਜਾਏਗੀ, ਆਹ ਨੋਡ ਮੇਰੀ ਕਿੱਥੇ ਜਾਏਗੀ, ਆਹ ਨੋਡ ਕਿੱਥੇ ਜਾਏਗੀ, ਆਹ ਨੋਡ ਕਿੱਥੇ ਜਾਏਗੀ। ਤਾਂ ਜਿਹੜਾ ਇਹ ਮੈਪਿੰਗ ਸਟਰਕਚਰ ਹੈ, ਇਹ ਜਿਹੜਾ ਕੰਮ ਹੈ ਇਹ ਡਾਟਾ ਨੂੰ ਸਟਰਕਚਰ ਕਰਨ ਦਾ। ਸੋ ਜਦੋਂ ਆਪਾਂ ਡਾਟਾ ਸਟਰਕਚਰ ਕ੍ਰੀਏਟ ਕਰਾਂਗੇ ਟਰੀ ਵਾਲਾ, ਤਾਂ ਡਾਟਾ ਸਟਰਕਚਰ ਟਰੀ ਵਾਲਾ ਕ੍ਰੀਏਟ ਕਰਾਂਗੇ ਤਾਂ ਆਪਾਂ ਕੰਪਿਊਟਰ ਨੂੰ ਦੱਸਾਂਗੇ ਕਿ ਜਿਹੜੀ ਰੂਟ ਨੋਡ ਹੈ ਉਹ ਕਿੱਥੇ ਜਾਣੀ ਹੈ ਤੇ ਕਿਵੇਂ ਸਟੋਰ ਹੋਣੀ ਹੈ, ਜਿਹੜੀ ਉਸ ਤੋਂ ਅਗਲੀ ਲੈਫਟ ਚਾਈਲਡ ਹੈ ਉਹ ਕਿੱਥੇ ਜਾਣਾ ਔਰ ਕਿਵੇਂ ਸਟੋਰ ਹੋਣਾ ਆ। ਤਾਂ ਇਹ ਸਾਰਾ ਕੁਝ ਤੁਹਾਨੂੰ ਡਿਫਾਈਨ ਕਰਨਾ ਪੈਣਾ ਟਰੀ ਦੇ ਵਾਸਤੇ। ਇਹ ਸਾਰਾ ਕੁਝ ਡਿਫਾਈਨ ਕਰਨਾ ਪੈਣਾ ਲਿੰਕ ਲਿਸਟ ਵਾਸਤੇ ਵੀ ਔਰ ਤੁਹਾਡੇ ਸਟੈਕ ਵਾਸਤੇ ਵੀ, ਕਿਊ ਵਾਸਤੇ ਵੀ। ਮੇਬੀ ਤੁਹਾਨੂੰ ਲੱਗਦਾ ਹੋਵੇ ਜਿਵੇਂ ਕਿ ਮੈਨੂੰ ਤਾਂ ਛੋਟੇ ਹੁੰਦੇ ਲੱਗਦਾ ਸੀਗਾ ਕਿ ਜਦੋਂ ਆਪਾਂ ਬੱਦਲ ਦੇਖਦੇ ਆ ਅਸਮਾਨ ਦੇ ਵਿੱਚ ਉੜਦੇ ਹੋਏ, ਹਨਾ, ਕਿਸੇ ਵੇਲੇ ਉਹ ਬੱਦਲ ਜਿਹੜੇ ਆ ਆਪਾਂ ਨੂੰ ਲੱਗਦਾ ਹੈ ਕਿ ਉਹ ਕਿਸੇ ਜਾਨਵਰ ਦੀ ਸ਼ੇਪ ਦੇ ਵਿੱਚ ਹੈ, ਕਦੇ ਉਹ ਐਲੀਫੈਂਟ ਦੀ ਸ਼ੇਪ 'ਚ ਲੱਗਦੇ ਆ, ਕਦੇ ਉਹ ਲਾਇਨ ਦੀ ਸ਼ੇਪ ਦਿਖਦੀ ਹੈ ਉਹਨਾਂ ਦੇ ਵਿੱਚੋਂ, ਕਦੇ ਉਹਨਾਂ ਬੱਦਲ ਦੇ ਵਿੱਚੋਂ ਹੀ ਆਪਾਂ ਨੂੰ ਸ਼ਿਪ ਦੀ ਸ਼ੇਪ ਦਿਖਦੀ ਹੈ। ਸੋ ਇਟ ਇਜ਼ ਸੇਮ ਵੇ ਕਿ ਆਪਣੇ ਕੋਲ ਮੈਮਰੀ ਲੀਨੀਅਰ ਹੈ,
ਬਟ ਉਹਨਾਂ ਮੈਮਰੀ ਦੇ ਵਿੱਚੋਂ ਹੀ ਆਪਾਂ ਉਸੇ ਦੇ ਵਿੱਚੋਂ ਐਰੇ ਬਣਾਣੀ ਹੈ, ਉਸੇ ਦੇ ਵਿੱਚੋਂ ਹੀ ਆਪਾਂ ਲਿੰਕ ਲਿਸਟ ਕ੍ਰੀਏਟ ਕਰਨੀ ਹੈ, ਉਸੇ ਦੇ ਵਿੱਚੋਂ ਹੀ ਆਪਾਂ ਟਰੀ ਨੂੰ ਕ੍ਰੀਏਟ ਕਰਨਾ ਹੈ, ਉਸੇ ਦੇ ਵਿੱਚੋਂ ਹੀ ਆਪਾਂ ਗ੍ਰਾਫ ਨੂੰ ਕ੍ਰੀਏਟ ਕਰਨਾ ਹੈ, ਉਸੇ ਦੇ ਵਿੱਚੋਂ ਸਟੈਕ ਕ੍ਰੀਏਟ ਕਰਨੀ ਹੈ। ਇਹ ਸਾਰੀਆਂ ਚੀਜ਼ਾਂ ਕ੍ਰੀਏਟ ਕਰਨ ਦਾ ਮਤਲਬ ਕੀ ਹੈ ਕਿ ਆਪਾਂ ਇਹੋ ਜਿਹਾ ਪ੍ਰੋਗਰਾਮ ਬਣਾਉਣਾ ਹੈ ਜਿਹੜਾ ਕਿ ਉਸ ਬਿਹੇਵੀਅਰ ਨੂੰ ਇੰਪਲੀਮੈਂਟ ਕਰੇ। तो इस सारी कहानी ਦੇ ਵਿੱਚ ਆਪਾਂ ਬਿਹੇਵੀਅਰ ਨੂੰ ਸਮਝਣਾ ਹੈ ਤੇ ਉਸ ਬਿਹੇਵੀਅਰ ਨੂੰ ਇੰਪਲੀਮੈਂਟ ਕਰਨਾ ਹੈ। ਤਾਂ ਬਿਹੇਵੀਅਰ ਕੀ ਹੈ? ਫੋਰ ਐਗਜ਼ਾਮਪਲ ਐਰੇ ਦਾ ਬਿਹੇਵੀਅਰ ਕੀ ਹੈ ਕਿ ਸਾਰੀਆਂ ਵੈਲਿਊਜ਼ ਕੰਟੀਜੀਅਸ ਪਈਆਂ ਹੋਣਗੀਆਂ ਔਰ ਉਹਨਾਂ ਨੂੰ ਇੰਡੈਕਸ ਨੰਬਰ ਦੇ ਹਿਸਾਬ ਨਾਲ ਆਪਾਂ ਅਸੈਸ ਕਰ ਲਾਂਗੇ। ਦੈਟ ਇਜ਼ ਬਿਹੇਵੀਅਰ ਆਫ ਐਰੇ, ਜਿਹੜਾ ਕਿ ਇੰਪਲੀਮੈਂਟ ਕਰਨਾ ਬਹੁਤ ਈਜ਼ੀ ਹੈ। ਟਰੀ ਦਾ ਬਿਹੇਵੀਅਰ ਕੀ ਹੈ ਕਿ ਆਪਣੇ ਕੋਲ ਇੱਕ ਲੈਫਟ ਨੋਡ ਹੋਏਗੀ, ਇੱਕ ਰਾਈਟ ਨੋਡ ਹੋਏਗੀ, ਲੈਫਟ ਦੇ ਅੱਗੇ ਫਿਰ ਲੈਫਟ ਨੋਡ ਹੋਏਗੀ, ਰਾਈਟ ਦੇ ਅੱਗੇ ਫਿਰ ਰਾਈਟ ਹੋਏਗੀ, ਔਰ ਇਸ ਚੀਜ਼ ਨੂੰ ਆਪਾਂ ਫਿਰ ਇੰਪਲੀਮੈਂਟ ਕਿਵੇਂ ਕਰਨਾ ਆ। ਔਰ ਇਸੇ ਤਰ੍ਹਾਂ ਲਿੰਕ ਲਿਸਟ ਦਾ ਬਿਹੇਵੀਅਰ ਹੋਏਗਾ, ਇਸੇ ਤਰ੍ਹਾਂ ਸਟੈਕ ਦਾ ਬਿਹੇਵੀਅਰ ਹੈ, ਇਸੇ ਤਰ੍ਹਾਂ ਕਿਊ ਦਾ ਬਿਹੇਵੀਅਰ ਹੈ। ਸੋ ਜਦੋਂ ਆਪਾਂ ਉਸ ਬਿਹੇਵੀਅਰ ਨੂੰ ਇੰਪਲੀਮੈਂਟ ਕਰਨਾ ਮੀਨਸ ਆਪਾਂ ਮੈਮਰੀ ਦੇ ਉੱਪਰ, ਮੈਮਰੀ ਦੀ ਅਸੈਸਿੰਗ ਦੇ ਉੱਪਰ ਜਾਂ ਮੈਮਰੀ ਨੂੰ ਸਟੋਰ ਕਰਨ ਦੇ ਉੱਪਰ ਕੁਝ ਰਿਸਟ੍ਰਿਕਸ਼ਨ ਲਗਾ ਰਹੇ, ਜਿਹੜੀਆਂ ਉਹ ਰਿਸਟ੍ਰਿਕਸ਼ਨਸ ਹੈ ਉਹ ਉਸ ਬਿਹੇਵੀਅਰ ਨੂੰ ਇੰਪਲੀਮੈਂਟ ਕਰਨ ਵਾਸਤੇ ਹੈ। ਤਾਂ ਆਪਾਂ ਆਪਣਾ ਡਾਟਾ ਸਟਰਕਚਰ ਕ੍ਰੀਏਟ ਕਰ ਰਹੇ ਹਾਂ। ਸੋ ਕੰਕਰੀਟ ਇੰਪਲੀਮੈਂਟੇਸ਼ਨ ਆਫ ਐਬਸਟਰੈਕਟ ਡਾਟਾ ਟਾਈਪ ਇਜ਼ ਯੂਅਰ ਡਾਟਾ ਸਟਰਕਚਰ। ਸੋ ਉਹਦੇ ਵਿੱਚ ਆਪਾਂ ਬਹੁਤ ਸਾਰੀਆਂ ਚੀਜ਼ਾਂ ਕਰਦੇ ਹਾਂ, ਬਹੁਤ ਸਾਰੇ ਵੇਰੀਏਬਲਸ ਯੂਜ਼ ਕਰਦੇ ਹਾਂ, ਪਲੱਸ ਫੰਕਸ਼ਨਸ ਆਪਾਂ ਯੂਜ਼ ਕਰਦੇ ਹਾਂ ਜਿਹੜੇ ਕਿ ਉਹਦੇ ਬਿਹੇਵੀਅਰ ਨੂੰ ਇੰਪਲੀਮੈਂਟ ਕਰਦੇ ਨੇ। ਸੋ ਬਿਹੇਵੀਅਰ ਨੂੰ ਇੰਪਲੀਮੈਂਟ ਕਰਨ ਲਈ ਆਪਾਂ ਨੂੰ ਫੰਕਸ਼ਨ ਚਾਹੀਦੇ ਨੇ, ਔਰ ਡੇਟਾ ਨੂੰ ਇੰਪਲੀਮੈਂਟ ਕਰਨ ਲਈ ਆਪਾਂ ਨੂੰ ਜਾਂ ਤਾਂ ਆਪਾਂ ਵੇਰੀਏਬਲ ਯੂਜ਼ ਕਰਾਂਗੇ ਜਾਂ ਐਰੇਜ਼ ਯੂਜ਼ ਕਰਾਂਗੇ ਜਾਂ ਲਿੰਕ ਲਿਸਟ। ਜਿਵੇਂ ਐਰੇ ਹੈ, ਐਰੇ ਨੂੰ ਇੰਪਲੀਮੈਂਟ ਕਰਨ ਲਈ ਆਪਾਂ ਬਹੁਤ ਸਾਰੇ ਵੇਰੀਏਬਲ ਯੂਜ਼ ਕਰਦੇ ਹਾਂ। ਸੋ ਜਦੋਂ ਮੈਂ R100 ਲਿਖ ਲਿਆ, so that means I am assessing the 100 location with the same variable। तो ਐਰੇ ਨੂੰ ਯੂਜ਼ ਕਰਕੇ ਆਪਾਂ ਫਰਦਰ ਹੋਰ ਡਾਟਾ ਸਟਰਕਚਰ ਕ੍ਰੀਏਟ ਕਰ ਸਕਦੇ ਹਾਂ, ਲਿੰਕ ਲਿਸਟ ਨੂੰ ਯੂਜ਼ ਕਰਕੇ ਆਪਾਂ ਹੋਰ ਡਾਟਾ ਸਟਰਕਚਰ ਕ੍ਰੀਏਟ ਕਰ ਸਕਦੇ ਹਾਂ। ਠੀਕ, ਸੋ ਇਸ ਤਰ੍ਹਾਂ ਕਰਕੇ ਆਪਾਂ, ਸੋ ਥੀਸ ਆਰ ਦ ਬਿਲਡਿੰਗ ਬਲੌਕਸ, ਇਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਬਿਲਡਿੰਗ ਬਲੌਕਸ। ਠੀਕ ਹੈ। ਸੋ ਜਿਵੇਂ ਇੱਕ ਬਿਲਡਿੰਗ ਬਣਾਉਣੀ ਹੈ ਤਾਂ ਉਹਦੇ ਵਾਸਤੇ ਆਪਾਂ ਨੂੰ ਇੱਟਾਂ, ਰੇਤਾਂ, ਬਜਰੀ, ਸਰੀਆ, ਬਹੁਤ ਸਾਰੇ ਬਲੌਕਸ ਚਾਹੀਦੇ ਹੁੰਦੇ ਨੇ। ਸੋ ਇਸੇ ਤਰ੍ਹਾਂ ਕਿਸੇ ਵੀ ਡਾਟਾ ਸਟਰਕਚਰ ਨੂੰ ਬਣਾਉਣ ਵਾਸਤੇ ਬਹੁਤ ਸਾਰੀਆਂ ਬਿਲਡਿੰਗ ਬਲੌਕਸ ਚਾਹੀਦੇ ਹੁੰਦੇ ਨੇ। ਉਹ ਬਿਲਡਿੰਗ ਬਲੌਕਸ ਦਾ ਕੰਮ ਕਰਨਗੇ ਤੁਹਾਡੇ ਵੇਰੀਏਬਲ, ਤੁਹਾਡੀਆਂ ਐਰੇਜ਼, ਤੁਹਾਡੇ ਲਿੰਕ ਲਿਸਟ, ਜਾਂ ਹੋਰ ਇੱਕ ਜਿਹੜਾ ਆਪਾਂ ਡਾਟਾ ਸਟਰਕਚਰ ਬਣਾ ਲੈਂਦੇ ਆ ਉਹ ਦੂਸਰੇ ਡਾਟਾ ਸਟਰਕਚਰ ਵਾਸਤੇ ਐਜ਼ ਏ ਬਿਲਡਿੰਗ ਬਲੌਕ ਕੰਮ ਕਰ ਸਕਦਾ ਹੈ। ਜਿਵੇਂ ਐਰੇ ਵੀ ਇੱਕ ਡਾਟਾ ਚਾਰਜਰ ਸਟਰਕਚਰ ਹੈ, ਮੇਰਾ ਲਈ ਫਿਰਦੀ ਐਰੇ ਵੀ ਇੱਕ ਡਾਟਾ ਸਟਰਕਚਰ ਹੈ, ਖਰਾਬ ਬਟ ਕਰਨਾ ਵਿੱਚੋਂ ਕਦੇ ਕੱਢਿਆ ਵਾ कार नहीं खराब होगी, पागल इंसान, पता नहीं। ਅਮਨਜੋਤ, ਵਿੱਚੋਂ ਅਮਨਜੋਤ ਕੱਢਦੇ ਆਪਣਾ ਮਾਈਕ ਆਫ ਹੋ ਕਰੋ। ਜਾਂਦਾ ਵਾ, पिछो कटो देखी खट ਲੂਜ਼ ਹੋ ਜਾਂਦਾ। सर ਸੋ ਇੱਕ ਡਾਟਾ ਸਟਰਕਚਰ ਜੋ ਹੈ ਉਹ ਦੂਸਰੇ ਡਾਟਾ ਸਟਰਕਚਰ ਵਾਸਤੇ ਐਜ਼ ਏ ਬਿਲਡਿੰਗ ਬਲੌਕ ਕੰਮ ਕਰ ਸਕਦਾ ਹੈ। ਸੋ ਇਸ ਤਰ੍ਹਾਂ ਕਰਕੇ ਆਪਾਂ ਬਹੁਤ ਸਾਰੇ ਡਾਟਾ ਸਟਰਕਚਰ ਨੂੰ ਇਕੱਠੇ ਕਰਕੇ ਬਿਲਡਿੰਗ ਬਲੌਕਸ ਕ੍ਰੀਏਟ ਕਰਾਂਗੇ। ਉਹਨਾਂ ਬਿਲਡਿੰਗ ਬਲੌਕਸ ਦੇ ਉੱਪਰ ਫਿਰ ਆਪਾਂ ਮੈਥਡ ਕ੍ਰੀਏਟ ਕਰਾਂਗੇ ਜਿਹੜਾ ਕਿ ਉਹਨਾਂ ਬਿਲਡਿੰਗ ਬਲੌਕਸ ਦੇ ਉੱਤੇ ਕੁਝ ਰਿਸਟ੍ਰਿਕਸ਼ਨਸ ਲਗਾਏਗਾ ਜੇ ਉਹਨਾਂ ਦੇ ਬਿਹੇਵੀਅਰ ਦੇ ਹਿਸਾਬ ਨਾਲ। ਦੈਟਸ ਵਾਈ ਬਿਹੇਵੀਅਰ ਦੇ ਹਿਸਾਬ ਨਾਲ, ਔਰ ਇਸ ਸਾਰੀ ਚੀਜ਼ ਨੂੰ ਆਪਾਂ ਕੰਬਾਈਨਡਲੀ ਕਹਿ ਦਿੰਦੇ ਹਾਂ ਡਾਟਾ ਸਟਰਕਚਰ। ਸੋ ਡਾਟਾ ਸਟਰਕਚਰ ਕੀ ਚੀਜ਼ ਹੈ? ਇਟ ਇਜ਼ ਏ ਕੰਕਰੀਟ ਇੰਪਲੀਮੈਂਟੇਸ਼ਨ ਆਫ ਐਬਸਟਰੈਕਟ ਡਾਟਾ ਟਾਈਪ which includes variables, arrays, linked list, and which also includes functions that make above behave to implement that particular data structure. So what is the difference between abstract data type and data structure? So abstract data type is what you want, ਤੁਹਾਨੂੰ ਕੀ ਚਾਹੀਦਾ ਹੈ, behavior, and data structure is how will you do it, ਉਹਨੂੰ implement ਕਿਵੇਂ ਕਰੋਗੇ। So that is data structure. So this is the fundamental difference between ADT and data structure. So for example ADT is your stack ਦਾ ਡਾਟਾ ਸਟਰਕਚਰ ਕੀ ਹੈ ਕਿ ਮੈਨੂੰ ਕੀ ਚਾਹੀਦਾ ਹੈ, ਲਾਸਟ ਇਨ ਫਰਸਟ ਆਊਟ, ਦੈਟ ਇਜ਼ ਦਾ ਬਿਹੇਵੀਅਰ ਆਫ ਸਟੈਕ। ਜੋ ਸਟੈਕ ਦੇ ਵਿੱਚ ਆਪਾਂ ਜਦੋਂ ਸਟੈਕ ਦੀ ਗੱਲ ਕਰੀਏ ਤਾਂ ਮੇਰੇ ਕੋਲ ਆ ਇੱਕ ਸਟੈਕ ਪਿਆ, ਜਦੋਂ ਇੱਕ ਸਟੈਕ ਪਿਆ, ਸਟੈਕ ਦੇ ਵਿੱਚ ਹੁਣ ਜਿਹੜੀ ਮੈਂ ਆਈਟਮ ਲਾਸਟ ਦੇ ਵਿੱਚ ਐਡ ਕੀਤੀ ਸੀ ਉਹੀ ਸਭ ਤੋਂ ਪਹਿਲਾਂ ਮੈਂ ਕੱਢ ਸਕਦਾ, ਆ ਲਾਸਟ ਆਈਟਮ ਮੈਂ ਨਹੀਂ ਕੱਢ ਸਕਦਾ। ਸੋ ਦੈਟ ਇਜ਼ ਦਾ ਬਿਹੇਵੀਅਰ ਆਫ ਸਟੈਕ, ਦੈਟ ਇਜ਼ what I want to implement a stack, then how will you do it, ਇਹਨੂੰ ਇੰਪਲੀਮੈਂਟ ਕਿਵੇਂ ਕਰਾਂਗੇ। it can be implemented with array, it can be implemented with linked list। so behavior ਹੀ ਹੈ, behavior ਨੂੰ ਤੁਸੀਂ ਕਈ ਤਰੀਕਿਆਂ ਨਾਲ ਇੰਪਲੀਮੈਂਟ ਕਰ ਸਕਦੇ ਹੋ। so how will you do it, that is your data structure, and what is required, that is your abstract data type। so ADT implemented by another ADT, that is called your data structure।
then stack ਦੀ ਜਦੋਂ ਆਪਾਂ ਗੱਲ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਜਿਹੜਾ ਡਾਟਾ ਸਟਰਕਚਰ ਪੜ੍ਹਨਾ ਹੈ that is about stack. So stack might bring to mind something like this ਕਿ there is a this is basically a stack of books ਕਿ ਜਦੋਂ ਆਪਾਂ ਸਭ ਤੋਂ ਲਾਸਟ ਬੁੱਕ ਬਾਹਰ ਕੱਢਣੀ ਹੈ ਤਾਂ ਆਪਾਂ ਨੂੰ ਕੀ ਕਰਨਾ ਪਏਗਾ ਕਿ ਆਪਾਂ ਇਹਨੂੰ ਡਾਇਰੈਕਟਲੀ ਖਿੱਚ ਸਕਦੇ ਹਾਂ ਬਾਹਰ। ਜੇ ਇਹਨੂੰ ਆਪਾਂ ਡਾਇਰੈਕਟਲੀ ਬਾਹਰ ਖਿੱਚਣ ਦੀ ਕੋਸ਼ਿਸ਼ ਕਰਾਂਗੇ ਤਾਂ ਉੱਪਰਲੀਆਂ ਸਾਰੀਆਂ ਕਿਤਾਬਾਂ ਗਿਰ ਜਾਣਗੀਆਂ। ਠੀਕ, ਸੋ ਜੇ ਆਪਾਂ ਇਹਨੂੰ ਬਾਹਰ ਕੱਢਣਾ ਹੈ ਤਾਂ ਆਪਾਂ ਨੂੰ ਕੀ ਕਰਨਾ ਪਏਗਾ, ਆ ਸਭ ਤੋਂ ਪਹਿਲਾਂ ਇਹਨੂੰ ਬੁੱਕ ਨੂੰ ਹਟਾਵਾਂਗੇ, ਫਿਰ ਇਹਨੂੰ ਹਟਾਵਾਂਗੇ, ਫਿਰ ਇਹਨੂੰ ਹਟਾਵਾਂਗੇ। ਇਹ ਸਾਰੀਆਂ ਬੁੱਕਸ ਹਟਾਉਂਦੇ 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 ਆਪਾਂ ਇਸ ਬੁੱਕ ਤੱਕ ਪਹੁੰਚਾਂਗੇ। ਸੋ ਆਪਾਂ ਨੂੰ ਜਿਹੜਾ ਇਹ ਬਿਹੇਵੀਅਰ ਹੈ, ਦਿਸ ਇਜ਼ ਦਾ ਬਿਹੇਵੀਅਰ ਆਫ ਸਟੈਕ ਕਿ ਸਟੈਕ ਦੇ ਵਿੱਚ ਜਿਹੜੀ ਚੀਜ਼ ਸਭ ਤੋਂ ਲਾਸਟ ਵਿੱਚ ਆਪਾਂ ਐਂਟਰ ਕੀਤੀ ਹੈ ਉਹੀ ਚੀਜ਼ ਸਭ ਤੋਂ ਪਹਿਲਾਂ ਨਿਕਲੇਗੀ। So that is the behavior of stack. And what can we do to stack like this? We can only remove that item which is at the top of the stack. ਜਿਹੜੀ ਟੌਪ ਤੇ ਹੋਏਗੀ ਉਹ ਟੌਪ ਤੇ ਕਿਹੜੀ ਹੋਏਗੀ, ਜਿਹੜੀ ਆਪਾਂ ਸਭ ਤੋਂ ਲਾਸਟ ਵਿੱਚ ਐਡ ਕੀਤੀ ਸੀ। ਜਿਹੜੀ ਸਭ ਤੋਂ ਲਾਸਟ ਐਡ ਕੀਤੀ ਸੀ ਉਹੀ ਸਭ ਤੋਂ ਪਹਿਲਾਂ ਬਾਹਰ ਨਿਕਲੇਗੀ। So this is a basic definition of stack that it is a linear data structure. linear ਦਾ ਮਤਲਬ ਕੀ ਹੈ ਕਿ ਮੈਮਰੀ ਦੇ ਵਿੱਚ ਸਾਰੇ ਐਲੀਮੈਂਟ ਇੱਕ ਦੂਜੇ ਦੇ ਨਾਲ ਪਏ ਹੋਣਗੇ। ਇਹ ਨਹੀਂ ਹੈ ਕਿ ਪਹਿਲਾ ਐਲੀਮੈਂਟ ਇੱਥੇ ਹੈ ਸਟੈਕ ਦਾ ਤੇ ਦੂਸਰਾ ਐਲੀਮੈਂਟ ਇੱਥੇ ਹੈ, ਇਦਾਂ ਨਹੀਂ ਹੋਏਗਾ। ਸਾਰੇ ਐਲੀਮੈਂਟ ਇੱਕ ਦੂਸਰੇ ਦੇ ਨਾਲ ਪਏ ਹੋਣਗੇ। ਸੋ ਇਟ ਇਜ਼ ਅ ਲੀਨੀਅਰ ਡਾਟਾ ਸਟਰਕਚਰ। add to top, remove from top, ਇਹ ਜਿਹੜਾ ਉਹਦਾ ਬਿਹੇਵੀਅਰ ਹੈ। ਸੋ this is also the second property, ਹਮੇਸ਼ਾ ਟਾਪ ਤੇ ਐਡ ਹੋਏਗਾ, ਹਮੇਸ਼ਾ ਟਾਪ ਤੋਂ ਰਿਮੂਵ ਹੋਏਗਾ। ਸੋ ਜਿਹੜਾ ਐਡ ਆਪਰੇਸ਼ਨ ਹੈ ਉਹਨੂੰ ਆਪਾਂ ਕਹਿੰਦੇ ਆ ਪੁਸ਼ ਆਪਰੇਸ਼ਨ, ਜਿਹੜਾ ਰਿਮੂਵ ਆਪਰੇਸ਼ਨ ਹੈ ਉਹਨੂੰ ਆਪਾਂ ਕਹਿੰਦੇ ਆ ਪੌਪ ਆਪਰੇਸ਼ਨ। ਸੋ there are two kind of operation, one is push, another one is pop. So pushing into the stack, popping from the stack. And also I want to add some function to tell if it is empty or if it is not empty. So because ਜਦੋਂ ਮੇਰੇ ਸਟੈਕ ਦੇ ਵਿੱਚ ਕੁਝ ਪਿਆ ਹੀ ਨਹੀਂ ਹੈ ਔਰ ਉਸ ਟਾਈਮ ਤੇ ਮੈਂ ਕੁਝ ਪੌਪ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਐਰਰ ਆਏਗਾ। ਠੀਕ ਹੈ, ਸੋ ਐਰਰ ਆਣਾ ਚਾਹੀਦਾ ਹੈ ਕਿ ਸਟੈਕ ਜਿਹੜੀ ਹੈ ਐਮਟੀ ਹੈ। ਸੋ ਉਹ ਐਮਟੀ ਨੂੰ ਚੈੱਕ ਕਰਨ ਵਾਸਤੇ ਮੇਰੇ ਕੋਲ ਕੋਈ ਨਾ ਕੋਈ ਫੰਕਸ਼ਨ ਹੋਣਾ ਚਾਹੀਦਾ ਹੈ ਕਿ ਮੇਰੀ ਸਟੈਕ ਐਮਟੀ ਹੈ ਕਿ ਨਹੀਂ ਹੈ। ਸਿਮਿਲਰਲੀ ਜੇ ਮੇਰੀ ਸਟੈਕ ਫੁੱਲ ਹੋ ਗਈ, ਉਹਦੇ ਵਿੱਚ ਹੋਰ ਵੈਲਿਊਜ਼ ਨਹੀਂ ਆ ਸਕਦੀਆਂ, ਤਾਂ ਵੀ ਮੈਨੂੰ ਫੰਕਸ਼ਨ ਚਾਹੀਦਾ ਹੈ ਜਿਹੜਾ ਇਹ ਚੈੱਕ ਕਰੇਗਾ ਕਿ ਸਟੈਕ ਫੁੱਲ ਹੈ ਔਰ ਮੈਂ ਉਹਦੇ ਵਿੱਚ ਫਰਦਰ ਹੋਰ ਕੋਈ ਐਲੀਮੈਂਟ ਪੁਸ਼ ਨਹੀਂ ਕਰ ਸਕਦਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇੰਪਲੀਮੈਂਟ ਕਰਨਾ ਪਏਗਾ ਜਿਹੜਾ ਕਿ ਮੇਰੇ ਸਟੈਕ ਦਾ, ਮੇਰੇ ਡਾਟਾ ਸਟਰਕਚਰ ਦਾ ਬਿਹੇਵੀਅਰ ਬਣਾਏਗਾ। ਇਸ ਤੋਂ ਇਲਾਵਾ ਸਮ ਟਾਈਮ ਕੀ ਹੁੰਦਾ, ਮੈਨੂੰ ਇਹ ਚਾਹੀਦਾ ਹੁੰਦਾ ਕਿ ਮੈਂ ਪੁਸ਼ ਨਹੀਂ ਕਰਨਾ, ਨਾ ਹੀ ਮੈਂ ਪੌਪ ਕਰਨਾ ਹੈ, ਬਟ ਮੈਂ ਇਹ ਦੇਖਣਾ ਹੈ ਕਿ ਟੌਪ ਤੇ ਐਲੀਮੈਂਟ ਕਿਹੜਾ ਪਿਆ। So what element is at the top position? So that is your peak operation. This is called peak operation. So ਆਪਣੇ ਕੋਲ ਤਿੰਨ ਤਰ੍ਹਾਂ ਦੇ ਆਪਰੇਸ਼ਨ ਹੋ ਗਏ, ਪੁਸ਼ ਆਪਰੇਸ਼ਨ, ਪੌਪ ਆਪਰੇਸ਼ਨ, ਪੀਕ ਆਪਰੇਸ਼ਨ। ਪੁਸ਼ ਆਪਰੇਸ਼ਨ ਦੇ ਨਾਲ ਨਵੀਂ ਵੈਲਿਊ ਐਡ ਹੋ ਜਾਏਗੀ, ਪੌਪ ਆਪਰੇਸ਼ਨ ਦੇ ਨਾਲ ਇੱਕ ਵੈਲਿਊ ਉਹਦੇ ਚੋਂ ਨਿਕਲ ਕੇ ਬਾਹਰ ਚਲੇ ਜਾਏਗੀ, ਡਿਕਰੀਜ਼ ਹੋ ਜਾਏਗੀ, ਔਰ ਪੀਕ ਆਪਰੇਸ਼ਨ ਦੇ ਨਾਲ ਨਾ ਤਾਂ ਐਡ ਹੋਣਾ ਨਾ ਹੀ ਕੁਝ ਡਿਕਰੀਜ਼ ਹੋਣਾ, ਬਟ ਸਿਰਫ ਇਹ ਪਤਾ ਲੱਗਣਾ ਹੈ ਕਿ ਟੌਪ ਦੇ ਉੱਪਰ ਕਿਹੜੀ ਵੈਲਿਊ ਪਈ ਹੈ। ਉਸ ਤੋਂ ਇਲਾਵਾ ਆਪਣੇ ਕੋਲ ਤਿੰਨ ਚੀਜ਼ਾਂ ਰਹੇ ਹੋ ਗਈਆਂ, ਦੋ ਚੀਜ਼ਾਂ ਇਹ ਹੈ that is called underflow. underflow ਦਾ ਮਤਲਬ ਕੀ ਹੈ ਕਿ ਵੈਲਿਊ ਜਿਹੜੀ ਵੈਲਿਊ ਆਪਾਂ ਹੈ ਨਹੀਂ ਤੇ ਆਪਾਂ ਉੱਥੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ, that is your underflow. and another one is overflow. overflow ਦਾ ਮਤਲਬ ਕੀ ਹੈ ਕਿ ਸਟੈਕ ਭਰ ਗਈ, ਉਸ ਤੋਂ ਬਾਅਦ ਉਹਦੇ ਚ ਹੋਰ ਵੈਲਿਊ ਪੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਕਿ ਨਹੀਂ ਹੋਣੀ ਚਾਹੀਦੀ। ਸੋ ਅੰਡਰਫਲੋ ਵੀ ਚੈੱਕ ਹੋਣਾ ਚਾਹੀਦਾ ਹੈ, ਓਵਰਫਲੋ ਵੀ ਚੈੱਕ ਹੋਣਾ ਚਾਹੀਦਾ ਹੈ। ਅਕੋਰਡਿੰਗਲੀ ਆਪਣੇ ਕੋਲ ਮੈਸੇਜ ਆਣੇ ਚਾਹੀਦੇ ਆ ਕਿ ਇਹਦੇ ਵਿੱਚੋਂ ਹੋਰ ਵੈਲਿਊਜ਼ ਪੁਸ਼ ਕਰ ਸਕਦੇ ਆ ਜਾਂ ਹੋਰ ਵੈਲਿਊਜ਼ ਰਿਮੂਵ ਕਰ ਸਕਦੇ ਆ ਕਿ ਨਹੀਂ ਕਰ ਸਕਦੇ। ਠੀਕ, ਸੋ ਅਕੋਰਡਿੰਗਲੀ ਆਪਣੇ ਕੋਲ ਜਿਹੜੇ ਫੰਕਸ਼ਨਸ ਬਣਦੇ ਨੇ ਉਹ ਆਪਾਂ ਸਾਰੇ ਬਣਾਉਣੇ ਹੈਗੇ ਨੇ, ਇੰਪਲੀਮੈਂਟ ਕਰਨੇ ਆ। ਹੁਣ ਜਦੋਂ ਆਪਾਂ ਦੀ ਇੰਪਲੀਮੈਂਟੇਸ਼ਨ ਦੀ ਗੱਲ ਕਰਦੇ ਆ ਤਾਂ ਵੀ ਕੈਨ ਥਿੰਕ ਆਫ ਆਵਰ ਲਿਸਟ ਲਾਈਕ ਦਿਸ ਪਾਰਟਿਕੂਲਰ ਐਰੇ। ਤਾਂ ਇੱਕ ਆਪਾਂ ਐਰੇ ਬਣਾਵਾਂਗੇ, ਐਰੇ ਦੇ ਵਿੱਚ ਮੈਨੂੰ ਇਹ ਦੇਖਣਾ ਹੈ ਕਿ ਟੌਪ ਤੇ ਕਿਹੜਾ ਐਲੀਮੈਂਟ ਹੈ, ਬਿਕੋਜ਼ ਜਦੋਂ ਮੈਂ ਕੋਈ ਵੀ ਇਨਸਰਸ਼ਨ ਕਰਨੀ ਹੈ, ਕੋਈ ਵੀ ਪੁਸ਼ ਆਪਰੇਸ਼ਨ ਕਰਨਾ ਹੈ, ਉਹ ਹਮੇਸ਼ਾ ਟੌਪ ਵੈਲਿਊ ਤੇ ਹੋਣਾ ਚਾਹੀਦਾ ਹੈ। ਤਾਂ ਟੌਪ ਲੋਕੇਸ਼ਨ ਕਿਹੜੀ ਹੈ, ਕਰੰਟਲੀ ਟੌਪ ਲੋਕੇਸ਼ਨ ਕਿਹੜੀ ਹੈ, ਉਹਦਾ ਮੈਨੂੰ ਟਰੈਕ ਰੱਖਣਾ ਪਏਗਾ। ਤਾਂ ਮੈਨੂੰ ਇੱਕ ਵੇਰੀਏਬਲ ਚਾਹੀਦਾ ਹੈ ਜਿਹਦੇ ਵਿੱਚ ਮੈਂ ਸਿਰਫ ਉਹ ਵਾਲਾ ਇੰਡੈਕਸ ਨੰਬਰ ਰੱਖਾਂਗਾ ਜਿਹੜਾ ਕਿ ਟੌਪ ਪੋਜੀਸ਼ਨ ਨੂੰ ਪੁਆਇੰਟ ਕਰ ਰਿਹਾ ਹੋਏਗਾ। ਇਸੇ ਤਰ੍ਹਾਂ ਅੰਡਰਫਲੋ ਵਾਸਤੇ ਵੀ ਮੈਨੂੰ ਵੈਲਿਊ ਚਾਹੀਦੀ ਹੈ ਬਾਟਮ, ਕਿ ਸਭ ਤੋਂ ਬਾਟਮ ਵਾਲੀ ਵੈਲਿਊ, ਸਭ ਤੋਂ ਬਾਟਮ ਵਾਲਾ ਇੰਡੈਕਸ ਨੰਬਰ ਕਿਹੜਾ ਹੈ। ਸੋ ਇਹ ਦੋ ਚੀਜ਼ਾਂ ਮੈਨੂੰ ਚਾਹੀਦੀਆਂ ਨੇ, ਪਲੱਸ where the last thing we put on the top is the first thing we will put out. So last in first out, this is the behavior of stack ਕਿ ਜੋ ਸਭ ਤੋਂ ਲਾਸਟ ਦੇ ਵਿੱਚ ਆਪਾਂ ਐਂਟਰ ਕਰਾਂਗੇ ਉਹੀ ਆਪਾਂ ਸਭ ਤੋਂ ਪਹਿਲਾਂ ਬਾਹਰ ਕੱਢਾਂਗੇ। ਠੀਕ, ਸੋ ਯੂਜ਼ ਸਟੈਕ ਵੈਨ ਲਾਸਟ ਇਨ ਫਰਸਟ ਆਊਟ ਇਜ਼ ਨੀਡਡ। ਸੋ ਬਹੁਤ ਸਾਰੀਆਂ ਸਿਚੁਏਸ਼ਨ ਹੁੰਦੀਆਂ ਨੇ ਪ੍ਰੋਗਰਾਮਿੰਗ ਦੇ ਵਿੱਚ ਵੀ, ਔਰ ਤੁਸੀਂ ਦੇਖੋਗੇ ਆਪਰੇਟਿੰਗ ਸਿਸਟਮ ਦੇ ਵਿੱਚ, ਨੈਟਵਰਕਿੰਗ ਦੇ ਵਿੱਚ ਆਪਾਂ ਫਰਦਰ ਐਗਜ਼ਾਮਪਲਸ ਕਰਾਂਗੇ ਸਾਰੀਆਂ। ਕਈ
ਤਰ੍ਹਾਂ ਦੇ ਆਪਰੇਸ਼ਨਸ ਹੈ ਜਿਹੜੇ ਜਿਨ੍ਹਾਂ ਦੇ ਵਿੱਚ ਇਹ ਬਿਹੇਵੀਅਰ ਚਾਹੀਦਾ ਹੁੰਦਾ ਹੈ ਲਾਸਟ ਇਨ ਫਸਟ ਆਊਟ, ਤਾਂ ਉਸ ਜਗ੍ਹਾ ਤੇ ਆਪਾਂ ਐਰੇ ਦੀ ਥਾਂ ਤੇ ਆਪਾਂ ਸਟੈਕ ਨੂੰ ਯੂਜ਼ ਕਰਾਂਗੇ। ਸੋ ਇਫ ਵੈਨ ਯੂ ਡਿਸਾਈਡ you can solve your problem with the stack, you can think in the terms of push and pop। तो जे तुसी अपनी प्रॉब्लम ਨੂੰ push and pop ਦੇ ਆਪਰੇਸ਼ਨ ਦੇ ਵਿੱਚ ਕਨਵਰਟ ਕਰ ਲਓ ਔਰ ਜੇ ਤੁਸੀਂ ਸੋਚ ਸਕੋ ਕਿ ਇੱਥੇ ਪੁਸ਼ ਹੋਏਗਾ ਇੱਥੇ ਪੌਪ ਹੋਏਗਾ, ਤਾਂ ਉਹਦਾ ਡਾਇਰੈਕਟ ਸੋਲੂਸ਼ਨ ਕੀ ਹੈ ਕਿ ਤੁਸੀਂ ਉਸ ਜਗ੍ਹਾ ਤੇ ਸਟੈਕ ਨੂੰ ਯੂਜ਼ ਕਰੋਗੇ ਕਿਸੇ ਵੀ ਹੋਰ ਡਾਟਾ ਸਟਰਕਚਰ ਨੂੰ यूज करन दी बजाय। तो ये सारियां चीज़ां इदां नहीं पता लगनियां, दिस इज विद एक्सपीरियंस बाय एक्सपीरियंस। जो तुसी प्रोग्रामिंग करोगे बार बार अलग अलग तरह दी प्रॉब्लम्स नू सॉल्व करन दी कोशिश करोगे, फिर तुहानू अपने आप ही विजुअलाइज होएगा एक्सपीरियंस दे नाल कि हाँ इत्थे हुण स्टैक लगनी सी जां इत्थे हुण क्यों लगना है। ठीक, तो ये चीज़ां आपां कवर करन दी कोशिश करांगे, बहुत सारे प्रोग्राम बनावांगे और उन्हां दे विचों आपां नू जिहड़ा एक्सपीरियंस मिलेगा उस एक्सपीरियंस दे नाल फिर आपां फर्दर अपनी नॉलेज नू इंप्रूव करांगे। स्टैक is a data structure with the property that only the top element of the stack is accessible। So this is the important property। ये नहीं है कि क्योंकि stack is implemented in the form of array। ਹੁਣ array ਦੇ ਵਿੱਚ ਕੀ ਹੈ ਕਿ array ਦੇ ਵਿੱਚ ਜਦੋਂ ਮੈਂ array ਬਣਾ ਲਈ ਤਾਂ ਉਹਦੇ index number ਹੁੰਦੇ ਆ, ਜਿਵੇਂ ਆਪਾਂ ਪਿਛਲੇ ਲੈਕਚਰ ਦੇ ਵਿੱਚ ਵੀ ਗੱਲ ਕੀਤੀ, ਤਾਂ ਜਦੋਂ ਮੈਂ A6 ਲਿਖਿਆ ਤਾਂ I can directly access this element, क्योंकि एरे इंप्लीमेंट हो रही है, स्टैक इंप्लीमेंट हो रही है विद द हेल्प ऑफ एरे, तो आई कैन डायरेक्टली असेस दिस एलिमेंट। बट जदों मैं स्टैक की गल करदा हां तां ये ऑपरेशन नहीं होना चाहिए, बिकॉज the only element that should be accessible in stack is the top element। so इस चीज ਨੂੰ एज ए प्रोग्रामर ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਇਸ ਚੀਜ਼ ਦੀ ਰਿਸਟ੍ਰਿਕਸ਼ਨ ਲਗਾਓ ਕਿ ਜਦੋਂ ਤੁਸੀਂ ਸਟੈਕ ਨੂੰ ਇੰਪਲੀਮੈਂਟ ਕਰੋਗੇ ਵਿਦ ਦ ਹੈਲਪ ਆਫ ਐਰੇ, ਤਾਂ ਉਸ ਐਰੇ ਦੇ ਵਿੱਚ ਬਾਕੀ ਸਾਰੇ ਡਾਇਰੈਕਟ ਅਸੈਸ ਤੁਸੀਂ ਖਤਮ ਕਰਨੇ ਆ, ਸਿਰਫ ਉਸ ਲੋਕੇਸ਼ਨ ਤੋਂ ਅਸੈਸ ਹੋਏਗਾ ਜਿਹੜਾ ਟੌਪ ਲੋਕੇਸ਼ਨ ਦੇ ਵਿੱਚ ਜਿੱਥੇ ਟੌਪ ਵੇਰੀਏਬਲ ਪੁਆਇੰਟ ਕਰ ਰਿਹਾ ਹੋਏਗਾ। ਠੀਕ, ਸੋ ਦ ਸਟੈਕ ਸਟੋਰੇਜ ਪਾਲਿਸੀ ਇਜ਼ ਲਾਸਟ ਇਨ ਫਸਟ ਆਊਟ, ਜਿਹਨੂੰ ਇੰਪਲੀਮੈਂਟ ਕਰਨਾ ਤੁਹਾਡੀ ਐਜ਼ ਏ ਪ੍ਰੋਗਰਾਮਰ ਜ਼ਿੰਮੇਵਾਰੀ ਬਣਦੀ ਹੈ। ਠੀਕ, only the top element of a stack is visible, therefore the number of operations performed by a stack are few। so there are only few operations that we can do with the help of stack। we need the ability to inspect the top element, to retrieve the top element, this is just called peek operation। retrieve the top element means pop operation। this is push operation, ਆਪਾਂ ਨਵਾਂ element add ਕਰਨਾ ਹੈ। and test for the empty stack, this is called underflow। ठीक है, underflow and test for एक हो रहा है test for full stack, ਕਿ ਸਟੈਕ ਫੁੱਲ ਹੋ ਗਈ ਉਹਦਾ ਟੈਸਟ ਵੀ ਆਪਾਂ ਨੂੰ ਚਾਹੀਦਾ ਹੈ, that is your overflow। ਸੋ ਇਹ ਪੰਜ ਤਰ੍ਹਾਂ ਦੇ ਆਪਰੇਸ਼ਨ ਆਪਾਂ ਮੇਨਲੀ ਅਪਲਾਈ ਕਰਨੇ ਆ ਜਦੋਂ ਵੀ ਆਪਾਂ ਸਟੈਕ ਇੰਪਲੀਮੈਂਟ ਕਰਾਂਗੇ। ਇਹ ਸਾਰੇ ਆਪਰੇਸ਼ਨਸ ਮੈਥਡ ਬਣਨਗੇ। ਸੋ ਦਿਸ ਇਜ਼ ਵਨ ਮੈਥਡ, ਦਿਸ ਇਜ਼ ਅਨਦਰ ਮੈਥਡ, ਦਿਸ ਇਜ਼ ਅਨਦਰ ਮੈਥਡ, ਆਲ ਥੀਸ ਆਰ ਦਾ ਮੈਥਡਸ ਜਿਹੜੇ ਕਿ ਉਸਦੇ ਬਿਹੇਵੀਅਰ ਨੂੰ ਇੰਪਲੀਮੈਂਟ ਕਰਨ ਦੇ ਲਈ ਆਪਾਂ ਨੂੰ ਹੈਲਪ ਕਰਨਗੇ। ਸੋ ਆਪਾਂ ਸਟੈਕ ਆਪਰੇਸ਼ਨ ਪਹਿਲਾਂ ਸਮਝੀਏ। ਸਭ ਤੋਂ ਪਹਿਲਾਂ ਦਾ ਪੁਸ਼ ਆਪਰੇਸ਼ਨ ਹੈ, that will add a new node, push XS। so this is this can be the signature of your function। so you can create a function push which will accept the value ਜਿਹੜੀ ਕਿ ਆਪਾਂ ਪੁਸ਼ ਕਰਨੀ ਹੈ, and which will accept the name of the stack। stack ਦਾ ਨਾਮ ਵੀ ਉਹ ਲਏਗਾ ਔਰ ਵੈਲਿਊ ਵੀ ਉਹ ਲਏਗਾ। तो इस stack ਦੇ ਵਿੱਚ ਉਹ x ਵੈਲਿਊ ਨੂੰ ਪੁਸ਼ ਕਰ ਦੇਗਾ। in the similar way pop operation ਜਿਹੜਾ ਕਿ ਰਿਮੂਵ ਕਰੇਗਾ, ਉਹਦਾ ਜਿਹੜਾ ਫੰਕਸ਼ਨ ਬਣੇਗਾ that is accepts only one ਵੈਲਿਊ, that is the stack s। ਜਿਹਦੇ ਵਿੱਚੋਂ ਵੈਲਿਊ ਰਿਮੂਵ ਕਰਨੀ ਹੈ ਤਾਂ ਇਹਦੇ ਵਿੱਚੋਂ ਵੈਲਿਊ ਰੀਡ ਕਰਕੇ ਇਹ ਰਿਟਰਨ ਕਰੇਗਾ that ਵੈਲਿਊ ਨੂੰ, ਜਿਹੜਾ ਵੀ ਕਾਲਿੰਗ ਮੈਥਡ ਹੋਏਗਾ। ਉਸ ਤੋਂ ਬਾਅਦ ਆਪਣੇ ਕੋਲ ਹੈ is empty, ਜਿਹੜਾ ਕਿ ਚੈੱਕ ਕਰੇਗਾ ਕਿ given stack, ਇਹਨੂੰ ਆਪਾਂ ਇੱਕ ਸਟੈਕ ਪਾਸ ਕਰਾਂਗੇ ਔਰ ਇਹ ਚੈੱਕ ਕਰੇਗਾ ਕਿ ਉਹ ਸਟੈਕ empty ਹੈ ਕਿ ਨਹੀਂ ਹੈ। similarly is full, again it will accept one value, that is the name of the stack, ਜਿਹੜੀ ਕਿ ਚੈੱਕ ਕਰੇਗਾ ਕਿ ਉਹਦੇ ਵਿੱਚ ਵੈਲਿਊ ਫੁੱਲ ਹੈ ਕਿ ਨਹੀਂ ਹੈ। then initialize ਕਰਨਾ ਕਿ ਆਪਾਂ ਕ੍ਰੀਏਟ ਕਰਨਾ ਮੈਮਰੀ ਦੇ ਵਿੱਚ ਵੈਲਿਊ, ਉਹਨੂੰ ਮੈਮਰੀ ਐਲੋਕੇਟ ਕਰਨੀ ਔਰ ਉਹਦੇ ਵਿੱਚ ਟੌਪ ਵੇਰੀਏਬਲ ਨੂੰ ਇਨੀਸ਼ੀਅਲਾਈਜ਼ ਕਰਨਾ 0 ਤੇ, ਕਿਉਂਕਿ ਬਾਈ ਡਿਫਾਲਟ ਜਦੋਂ ਆਪਾਂ ਸਟੈਕ ਕ੍ਰੀਏਟ ਕਰਾਂਗੇ ਤਾਂ ਉਹ ਐਮਟੀ ਹੋਏਗਾ। ਐਮਟੀ ਦਾ ਮਤਲਬ ਹੈ ਕਿ ਟੌਪ ਲੋਕੇਸ਼ਨ ਜਿਹੜੀ ਆ ਉਹ 0th ਇੰਡੈਕਸ ਤੇ ਪੁਆਇੰਟ ਕਰ ਰਹੀ ਹੋਏਗੀ। ਠੀਕ, ਉਸ ਤੋਂ ਬਾਅਦ ਡਿਸਟਰੋਏ ਕਰਨ ਦਾ ਮਤਲਬ ਹੈ ਕਿ ਆਪਾਂ ਉਹਦੇ ਸਾਰੇ ਕੰਟੈਂਟ ਸਟੈਕ ਦੇ ਉਹਨਾਂ ਨੂੰ ਡਿਲੀਟ ਕਰ ਦਿਆਂਗੇ। ਸੋ ਸਾਰੀ ਕੰਟੈਂਟ ਡਿਲੀਟ ਕਰ ਦਿਆਂਗੇ ਔਰ ਟੌਪ ਜਿਹੜੀ ਵੇਰੀਏਬਲ ਆ ਉਹਨੂੰ ਆਪਾਂ -1 ਤੇ ਲੈ ਆਵਾਂਗੇ, ਜਿਹਦਾ ਮਤਲਬ ਹੈ ਕਿ ਸਟੈਕ ਐਮਟੀ ਆ ਔਰ ਉਹਦੇ ਵਿੱਚ ਕੋਈ ਵੈਲਿਊ ਨਹੀਂ ਹੈਗੀ। ਠੀਕ,
ਸੋ ਟੂ ਯੂਜ਼ ਐਨ ਐਰੇ ਟੂ ਇੰਪਲੀਮੈਂਟ ਅ ਸਟੈਕ, ਸੋ ਸਟੈਕ ਨੂੰ ਇੰਪਲੀਮੈਂਟ ਕਰਨ ਦੇ ਬਹੁਤ ਸਾਰੇ ਤਰੀਕੇ ਹੈ, ਐਰੇ ਵੀ ਹੈ ਔਰ ਲਿੰਕ ਲਿਸਟ ਵੀ ਹੈ। तो लिंक लिस्ट वाला तरीका ਆਪਾਂ ਉਦੋਂ ਕਰਾਂਗੇ ਜਦੋਂ ਆਪਾਂ ਲਿੰਕ ਲਿਸਟ ਬਾਰੇ ਪੜ੍ਹ ਲਾਂਗੇ, ਬਿਕੋਜ਼ ਆਪਾਂ ਫਿਲਹਾਲ ਐਰੇ ਬਾਰੇ ਪੜ੍ਹ ਚੁੱਕੇ ਹਾਂ। तो ਇਸ ਕਰਕੇ ਆਪਾਂ ਸਟੈਕ ਨੂੰ ਐਰੇ ਦੀ ਹੈਲਪ ਦੇ ਨਾਲ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ। ਟੂ ਯੂਜ਼ ਐਨ ਐਰੇ ਟੂ ਇੰਪਲੀਮੈਂਟ ਅ ਸਟੈਕ ਯੂ ਨੀਡ ਬੋਥ ਦ ਐਰੇ ਇਟਸੈਲਫ ਐਂਡ ਐਨ ਇੰਟੀਜਰ। ਦੋ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨੇ, ਪਹਿਲਾਂ ਤਾਂ ਆਪਾਂ ਨੂੰ ਐਰੇ ਚਾਹੀਦੀ ਹੈ, ਦੂਸਰੀ ਚੀਜ਼ ਆਪਾਂ ਨੂੰ ਚਾਹੀਦੀ ਹੈ ਇੱਕ ਇੰਟੀਜਰ ਵੈਲਿਊ, ਜਿਹੜੀ ਕਿ ਉਸ ਐਰੇ ਨੂੰ, उस एरे दे विच टॉप लोकेशन नू पॉइंट करेगी, जिते तार अपन पता लगेगा कि लास्ट वैल्यू केड़ी एंटर हुई सी और कित्थों वैल्यू जे आपां पॉप करनी है तो कित्थों पॉप करनी है। तो ये दो चीज़ां आपां नू चाहीदियां ने, इन्हां दोनां चीज़ां दे नाल आपां किसे मैमरी दे विचों आपां स्टैक नू इंप्लीमेंट कर सकते हैं। तो इंटीजर टेल्स यू आइदर विच लोकेशन इज करंटली द टॉप ऑफ द स्टैक और हाउ मैनी एलिमेंट्स आर इन द स्टैक। दो चीज़ां आपां नू पता लग सकदियां ने इंटीजर दी वैल्यू आपां रखांगे लोकेशन एंड टॉप वैल्यू। ठीक है, हुण आ मेरी एरे है, फॉर एग्जांपल मैं एक एरे बनाई हुई है, एरे दे विच एरे दा नाम रखा हुआ है स्टैक 0 1 2 3 4 5 6 7 8 9 एरिया इंडेक्स नंबर हो गए। ये एदी वैल्यूज है, सब तो पहला मैं 17 एंटर किया, फिर मैं 23 एंटर किया, फिर मैं 97, फिर 44। तो ये चार वैल्यूज एंटर करन तो बाद मेरी टॉप वेरिएबल सी ओदी वैल्यू होगी 3, बिकॉज now it is pointing to the top location. Now top location in this particular array is 3. now जे मैं एलिमेंट रिमूव करना है तो इस इंडेक्स नंबर तो रिमूव होएगा, जे मैं ऐड करना है तो इस तो बाद ऐड होएगा। ठीक है, नाउ आई वांट टू ਹੁਣ ਟॉप इज इक्वल टू 3 रख लो, ਜਾਂ ਕਾਊਂਟ ਜਿਹੜਾ ਹੈ ਇੱਥੇ टोटल वैल्यूज किन्नियां ने 1 2 3 4। तो कई बुक्स ਦੇ ਵਿੱਚ ਕਾਊਂਟ ਵੇਰੀਏਬਲ ਯੂਜ਼ ਹੁੰਦਾ ਹੈ, ਕਈ ਬੁక్స్ ਦੇ ਵਿੱਚ ਟੌਪ ਵੇਰੀਏਬਲ ਯੂਜ਼ ਹੁੰਦਾ ਹੈ। ਅਕੋਰਡਿੰਗਲੀ ਥੋੜੀ ਬਹੁਤੀ ਇੰਪਲੀਮੈਂਟੇਸ਼ਨ ਜਿਹੜੀ ਉਹ ਚੇਂਜ ਹੋ ਜਾਏਗੀ। ਇਟ ਇਜ਼ ਅਪ ਟੂ ਯੂ ਤੁਸੀਂ ਕਿਹੜੀ ਇੰਪਲੀਮੈਂਟੇਸ਼ਨ ਯੂਜ਼ ਕਰਨੀ ਹੈ, ਬਿਕੋਜ਼ ਆਲ ਦਿਸ ਇਜ਼ ਹਿਡਨ ਫਰੋਮ ਦਾ ਐਕਸਟਰਨਲ ਯੂਜ਼ਰ, ਜਿਹਨੇ ਇਹਨੂੰ ਯੂਜ਼ ਕਰਨਾ ਉਹਦੇ ਵਾਸਤੇ ਕੋਈ ਚੀਜ਼ ਮਾਇਨੇ ਨਹੀਂ ਰੱਖਦੀ। ਬਟ ਐਜ਼ ਏ ਡਿਵੈਲਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਟੌਪ ਯੂਜ਼ ਕਰਨਾ ਹੈ ਕਿ ਤੁਸੀਂ ਕਾਊਂਟ ਨੂੰ यूज करना है। तो काउंट ये दसेगा एट ए टाइम किन्नियां वैल्यूज मेरी स्टैक दे विच हैगियां ने, टॉप ये दसेगा कि टोटल जिहड़ा हुण टॉप वाला एलिमेंट है वो किहड़े इंडेक्स नंबर दे उपर है, और दोनों दे विचों कोई एक यूज करना है, दोनों यूज नहीं करने। either you have to use top or you can use count। तो दोनों दे विचों कोई एक यूज करना है। तो if the bottom of the stack is at location 0, जे bottom 0 दे ऊपर है, then the empty stack is represented by top is equal to -1। so जे ਇਹਨੂੰ ਆਪਾਂ ਬੋਟਮ ਮੰਨ ਕੇ ਚੱਲੀਏ ਤਾਂ ਐਮਪਟੀ ਸਟੈਕ ਦਾ ਮਤਲਬ ਕੀ ਹੈ ਕਿ ਕੋਈ ਵੀ ਐਲੀਮੈਂਟ ਉਹਦੇ ਵਿੱਚ ਨਹੀਂ ਹੈ। ਤਾਂ ਕੋਈ ਵੀ ਐਲੀਮੈਂਟ ਨਹੀਂ ਹੈ ਤਾਂ ਉਹਦਾ ਟੌਪ ਦਾ ਇੰਡੈਕਸ ਕੀ ਹੋਏਗਾ, -1। ਸੋ ਟੌਪ ਵਿਲ ਬੀ ਐਟ -1। ਜੇ ਟੌਪ ਦੇ ਵਿੱਚ ਵੈਲਿਊ -1 ਹੈ, ਇਹਦਾ ਮਤਲਬ ਕੀ ਹੈ ਕਿ ਮੇਰੀ ਸਟੈਕ ਕੀ ਹੈ, दैट इज एम्प्टी। ਜਾਂ ਜੇ ਮੈਂ ਕਾਊਂਟ ਵੇਰੀਏਬਲ ਯੂਜ਼ ਕਰ ਰਿਹਾ ਤਾਂ ਮੈਂ ਉੱਥੇ ਵੈਲਿਊ ਰੱਖਾਂਗਾ 0। ਸੋ ਆਈਦਰ ਯੂ ਕੈਨ ਯੂਜ਼ ਟੌਪ ਵੇਰੀਏਬਲ ਔਰ ਯੂ ਕੈਨ ਯੂਜ਼ काउंट वेरिएबल। अकॉर्डिंगली यू हैव टू इनिशियलाइज। सो जब आप स्टैक क्रिएट की इनिशियलाइज की बाय डिफॉल्ट स्टैक एम्प्टी हुंदी है। तो एम्प्टी ਨੂੰ ਰਿਪਰੈਜ਼ੈਂਟ ਕਰਨ ਦਾ ਤਰੀਕਾ ਕੀ ਹੈ ਕਿ ਆਪਾਂ ਟਾਪ ਦੀ ਵੈਲਿਊ ਨੂੰ -1 ਕਰ ਦਿਆਂਗੇ ਜਾਂ ਕਾਊਂਟ ਦੀ ਵੈਲਿਊ ਨੂੰ 0 ਕਰ ਦਿਆਂਗੇ। ਉਸ ਤੋਂ ਬਾਅਦ ਟੂ ਐਡ ਮੀਨਸ ਟੂ ਪੁਸ਼ ਐਨ ਐਲੀਮੈਂਟ। ਜੇ ਆਪਾਂ ਟਾਪ ਯੂਜ਼ ਕਰ ਰਹੇ ਹਾਂ ਤਾਂ ਆਪਾਂ ਟਾਪ +1 ਕਰਾਂਗੇ। ठीक है, इंक्रीमेंट द टॉप एंड स्टोर द एलिमेंट। ठीक है, सो आप लिखांगे स्टैक टॉप इज इक्वल टू जो भी अपनी वैल्यू है 17 फॉर एग्जांपल। तो पहला आप टॉप नु इंक्रीमेंट करांगे, पहला आप लिखांगे टॉप ++, फिर आप लिखांगे स्टैक टॉप इज इक्वल टू वैल्यू, जो भी उत्थे आप वैल्यू ऐड करनी है। जे आप टॉप वेरिएबल यूज कर रहे हैं और जे आप काउंट वेरिएबल यूज कर रहे हैं तो आप पहला स्टैक काउंट इज इक्वल टू वैल्यू और उस तो बाद काउंट ++। तो इत्थे जिहड़ी पोजीशन है एग्जीक्यूशन दी, पहला वेरिएबल इंक्रीमेंट करना, फिर वैल्यू असाइन करनी, और जे तुसी काउंट यूज कर रहे हो तो पहला वैल्यू असाइन करांगे, फिर ओदी वैल्यू वेरिएबल दी वैल्यू नु इंक्रीमेंट करांगे। तो इन्हां चीज़ां दा छोटियां-छोटियां माइनर गल्लां ने जिन्हां दे नाल तुहाडे लॉजिक जिहड़े ने पुट्ठे सिद्धे हो सकदे आ। तो इन्हां चीज़ां दा ध्यान रखना है कि तुसी टॉप नु यूज कर रहे हो कि तुसी काउंट नु यूज कर रहे हो। तो जे तुसी टॉप वेरिएबल रखदे आ तो पहला आपां इंक्रीमेंट करांगे, फिर वैल्यू असाइन करांगे। बट जे तुसी काउंट वेरिएबल यूज कर रहे हैं तो पहला वैल्यू असाइन होएगी, फिर वैल्यू इंक्रीमेंट होएगी। ठीक, हुण रिमूव करना है, अगेन
दोनों ही केसेस दे विच जे रिमूव करना दैट मीनस वी वांट टू पॉप एन एलिमेंट जे मैं टॉप वेरिएबल यूज कर रहा तो टॉप जिन्नू पॉइंट कर रहा है उन्नू रिमूव करांगे उस तो बाद टॉप नू डिक्रीमेंट करांगे दैट मीनस पहला वैल्यू रिमूव होएगी फिर वैल्यू डिक्रीमेंट होएगी बट जे मैं काउंट वेरिएबल यूज कर रहा तो पहला वैल्यू डिक्रीमेंट होएगी काउंट जिहड़ा 4 तो 3 ते लेके आना पएगा फिर वैल्यू आपां रिमूव करांगे तो अकॉर्डिंगली लॉजिक जिहड़े ने वो सारे उस हिसाब नाल लगणगे सो जे आपां टॉप यूज कर रहे हैं तो गेट द एलिमेंट फ्रॉम द टॉप एंड देन डिक्रीमेंट जे आपां काउंट यूज कर रहे हैं तो पहला डिक्रीमेंट दी काउंट एंड देन गेट द एलिमेंट एट दैट पर्टिकुलर पोजीशन तो अलग-अलग किताबां दे विच अलग-अलग बुक्स दे विच ये दोनों लॉजिक अलग-अलग तरह नाल इंप्लीमेंट होए ने कोई टॉप नु यूज कर रहा है कोई काउंट नु यूज कर रहा है तो तुसी देखो जेड़ा भी तुसी यूज करना है तुसी ओदे हिसाब नाल अपने हिसाब नाल वेरिएबल कोई एक फिक्स कर लो आइदर यूज टॉप और यूज काउंटर ठीक है सो पॉपिंग करने तो बाद टॉप दी वैल्यू 2 हो जाएगी काउंट दी वैल्यू 3 हो जाएगी सो व्हेन यू पॉप एन एलिमेंट डू यू जस्ट लीव द डिलीटेड एलिमेंट सिटिंग इन द एरे ਜਾਂ ਉਹਦਾ ਕੁਝ ਕਰਨਾ ਹੈ ਫॉर एग्जांपल ਜਦੋਂ ਮੈਂ ਪॉप ਕੀਤਾ ਤਾਂ 44 ਤਾਂ ਮੈਂ ਐਕਸਟ੍ਰੈਕਟ ਕਰਕੇ ਰਿਟਰਨ ਕਰ ਦਿੱਤਾ ਠੀਕ ਹੈ ਹੁਣ ਇੱਥੇ ਜਿਹੜਾ 44 ਐਰੇ ਦੇ ਵਿੱਚ ਸੀਗਾ ਉਹਨੂੰ ਤੁਸੀਂ ਇੱਥੇ 44 ਰੱਖਣਾ ਹੈ ਜਾਂ 44 ਨੂੰ ਡਿਲੀਟ ਕਰਨਾ ਹੈ ਉਹਦੇ ਵਾਸਤੇ ਕੀ ਕਰੋਗੇ ਸੋ ਅਗੇਨ ਆਨਸਰ ਇਜ਼ that it depend कि तुसी की करना चाहते हो if this is an array of primitive for example if you are programming in C or C++ then doing anything more is just a waste of time so it is array of primitive means primitive data types केड़े केड़े ने अपने को integer हो गया character हो गया ठीक है integer character float double all these are the primitive data types so जे मेरी array primitive data types दी है primitive values दी है ਤਾਂ ਐਰੇ ਦੇ ਵਿੱਚੋਂ ਐਲੀਮੈਂਟ ਪੌਪ ਕਰਨਾ ਮੀਨਸ ਕਿ ਟੌਪ ਦੀ ਵੈਲਿਊ ਨੂੰ ਚੇਂਜ ਕਰ ਦੇਣਾ ਜਿਹੜੀ ਆ ਵੈਲਿਊ ਹੈ ਇਹਨੂੰ ਡਿਲੀਟ ਕਰਨ ਦੀ ਲੋੜ ਨਹੀਂ ਹੈ ਉਹਨੂੰ ਉੱਥੇ ਹੀ ਪਿਆ ਰਹਿਣ ਦਿਓ ਉਹਨੇ ਅਸੈਸ ਹੀ ਨਹੀਂ ਹੋਣਾ ਕਿਉਂਕਿ ਅਸੈਸ ਕਿੱਥੇ ਹੋਣੀ ਹੈ ਜਿੱਥੇ ਟੌਪ ਪੁਆਇੰਟ ਕਰ ਰਿਹਾ ਹੈ ਤੇ ਜਦੋਂ ਉਹਨੇ ਅਸੈਸ ਹੀ ਨਹੀਂ ਹੋਣਾ ਤਾਂ ਉਹਨੂੰ ਉੱਥੋਂ ਡਿਲੀਟ ਕਰਨ ਦਾ ਵੀ ਆਪਾਂ ਨੂੰ ਕੋਈ ਫਾਇਦਾ ਨਹੀਂ ਹੈ ਤੇ ਜੇ ਆਪਾਂ ਡਿਲੀਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਪਾਂ ਆਪਣੇ ਕੰਪਿਊਟਰ ਦਾ ਟਾਈਮ ਵੇਸਟ ਕਰ ਰਹੇ ਹੋਵਾਂਗੇ ठीक तो if you are programming in Java for example and the array contains objects तो उस array ਦੇ ਵਿੱਚ ਇੱਥੇ ਕੋਈ primitive data ਦੇ ਥਾਂ ਤੇ ਆਪਾਂ object ਰੱਖੇ ਹੋਏ ਆ then you should set the deleted array element to null ਤਾਂ ਉਸ ਟਾਈਮ ਦੇ ਉੱਤੇ ਤੁਹਾਨੂੰ object ਦੀ value null ਕਰਨੀ ਪਏਗੀ ਕਿਉਂਕਿ ਜਿਹੜੇ ਪ੍ਰੀਮਿਟਿਵ ਡਾਟਾ ਟਾਈਪਸ ਉਹਨਾਂ ਨਾਲ ਨਹੀਂ ਫਰਕ ਪੈਂਦਾ ਬਟ ਜਿਹੜੇ ਆਬਜੈਕਟਸ ਹੁੰਦੇ ਨੇ ਆਬਜੈਕਟ ਨੂੰ ਮੈਮਰੀ ਐਲੋਕੇਟ ਹੁੰਦੀ ਹੈ ਔਰ ਉਹ ਮੈਮਰੀ ਤਦ ਤੱਕ ਡੀਐਲੋਕੇਟ ਨਹੀਂ ਹੋਏਗੀ ਜਦ ਤੱਕ ਤੁਸੀਂ ਆਬਜੈਕਟ ਨੂੰ ਡਿਸਟਰੋਏ ਨਹੀਂ ਕਰੋਗੇ ਸੋ ਜਾਵਾ ਦੇ ਕੇਸ ਦੇ ਵਿੱਚ ਜਾਂ ਕਿਸੇ ਵੀ ਹੋਰ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਦੇ ਕੇਸ ਦੇ ਵਿੱਚ ਜੇ ਐਰੇਜ਼ ਦੇ ਵਿੱਚ ਤੁਸੀਂ ਕੋਈ ਆਬਜੈਕਟ ਰੱਖਿਆ ਹੋਇਆ ਹੈ ਤਾਂ ਉਸ ਆਬਜੈਕਟ ਨੂੰ ਡਿਲੀਟ ਕਰੋ ਜੇ ਆਬਜੈਕਟ ਡਿਲੀਟ ਕਰੋਗੇ ਤਾਂ ਹੀ ਉਹ ਮੈਮਰੀ ਜਿਹੜੀ ਉਹਨੇ ਕਲੇਮ ਕੀਤੀ ਹੋਈ ਹੈ ਉਹ ਵਾਪਸ ਜਾਏਗੀ ਤਾਂ ਹੀ ਉਹ ਮੈਮਰੀ ਕਿਸੇ ਹੋਰ ਵੇਰੀਏਬਲ ਨੂੰ ਐਲੋਕੇਟ ਹੋ ਪਾਏਗੀ तो उस केस ਦੇ ਵਿੱਚ ਵੈਲਿਊ ਨੂੰ ਡਿਲੀਟ ਕਰਨਾ ਵੀ ਇੱਕ ਜ਼ਰੂਰੀ ਸਟੈਪ ਬਣ ਜਾਂਦਾ ਹੈ ਸੋ ਇਟ ਆਲ ਡਿਪੈਂਡਸ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਇਟ ਡਿਪੈਂਡਸ ਕਿ ਕੀ ਸਿਚੁਏਸ਼ਨ ਹੈ ਸੋ ਸਿਚੁਏਸ਼ਨ ਟੂ ਸਿਚੁਏਸ਼ਨ ਇਹ ਚੀਜ਼ਾਂ ਵੇਰੀ ਕਰਨਗੀਆਂ ਕਿਸੇ ਟਾਈਮ ਤੇ ਤੁਹਾਨੂੰ ਉਹਦੀ ਵੈਲਿਊ ਨੂੰ ਡਿਲੀਟ ਕਰਨ ਦੀ ਜ਼ਰੂਰਤ ਰਹੇਗੀ ਕਿਸੇ ਟਾਈਮ ਤੇ ਵੈਲਿਊ ਨੂੰ ਡਿਲੀਟ ਕਰਨ ਦੀ ਜ਼ਰੂਰਤ ਨਹੀਂ ਹੈ ਸੋ ਅਕੋਰਡਿੰਗ ਟੂ ਸਿਚੁਏਸ਼ਨ ਇਟ ਇਜ਼ your duty as a programmer to identify ਕਿ ਕਿੱਥੇ ਤੁਸੀਂ ਉਸ ਲੌਜਿਕ ਲਗਾਉਣਾ ਡਿਲੀਟ ਕਰਨ ਦਾ ਔਰ ਕਿੱਥੇ ਨਹੀਂ ਲਗਾਉਣਾ ਠੀਕ ਦੈਨ ਆ ਗਿਆ ਸ਼ੇਅਰਿੰਗ ਸਪੇਸਿਸ ਦਾ ਮਤਲਬ ਕੀ ਹੈ ਕਿ ਆਪਾਂ ਜਦੋਂ ਸਟੈਕਸ ਬਣਾਉਣੀਆਂ ਨੇ ਤਾਂ ਆਪਾਂ ਮੈਮਰੀ ਦੇ ਵਿੱਚੋਂ ਐਰੇ ਨੂੰ ਐਲੋਕੇਟ ਕਰਦੇ ਹਾਂ ਠੀਕ ਹੈ ਫੋਰ ਐਗਜ਼ਾਮਪਲ ਮੇਰੇ ਕੋਲ ਇੱਕ ਮੈਮਰੀ ਹੈ ਐਰੇ ਹੈ ਤਾਂ ਮੈਂ ਪਹਿਲੀ 0 ਤੋਂ ਲੈ ਕੇ 10 ਲੋਕੇਸ਼ਨਾਂ ਵਾਲੀ ਇੱਕ ਮੈਂ ਸਟੈਕ ਬਣਾਈ और एक मैं स्टैक बनाई 0 तो लेके 100 लोकेशन वाली तो मैं दो स्टैक्स बना लिया स्टैक 1 एंड स्टैक 2 मैमरी दे विचों मैं 10 लोकेशन एरिया रिजर्व करती 100 लोकेशन एरिया रिजर्व करती टोटल 110 लोकेशन रिजर्व कर लिया बट की है कि मेरे प्रोग्राम ਦੇ ਵਿੱਚ ਜਿਹੜੀ ਫਰਸਟ ਸਟੈਕ ਹੈ ਉਹਦੇ ਵਿੱਚ 3 ਐਲੀਮੈਂਟ ਹੈ ਜਿਹੜੀ ਸੈਕੰਡ ਸਟੈਕ ਹੈ ਉਹਦੇ ਵਿੱਚ ਹਮੇਸ਼ਾ ਮੇਰੇ ਕੋਲ 5 ਐਲੀਮੈਂਟ ਹੁੰਦੇ ਆ ਤੋਂ ਮੈਂ ਜਿਹੜੀਆਂ ਬਾਕੀ ਦੀਆਂ ਲੋਕੇਸ਼ਨਸ ਆ ਉਹਨਾਂ ਨੂੰ ਮੈਂ ਵੇਸਟ ਕਰ ਰਿਹਾ ਸੋ ਇਹਦੇ ਵਿੱਚੋਂ ਵੀ ਮੈਂ 3 ਲੋਕੇਸ਼ਨ ਯੂਜ਼ ਕਰ ਰਿਹਾ ਬਾਕੀ ਦੀਆਂ ਲੋਕੇਸ਼ਨ ਮੈਂ ਵੇਸਟ ਕਰਤੀਆਂ ਤੇ ਜੇ ਮੈਨੂੰ ਪਤਾ ਹੈ ਕਿ ਮੇਰੀ ਸਟੈਕ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਕੇਸ ਆ ਰਿਹਾ ਹੈ ਤਾਂ ਮੈਂ ਇਨਸਟੈਡ ਦੋ ਅਲੱਗ-ਅਲੱਗ ਸਟੈਕ ਕ੍ਰੀਏਟ ਕਰਨ ਦੀ ਬਜਾਏ ਇੱਕੋ ਹੀ ਐਰੇ ਦੇ ਵਿੱਚ ਦੋਨੋਂ ਸਟੈਕ ਨੂੰ ਇੰਪਲੀਮੈਂਟ ਕਰ ਦਿਆਂਗਾ ਦੋਨੋਂ ਸਟੈਕ ਨੂੰ ਇੰਪਲੀਮੈਂਟ ਕਰਨ ਲਈ ਮੇਰੇ ਕੋਲ ਹੁਣ ਕੀ ਸੋਲੂਸ਼ਨ ਹੈ दोनों स्टैक ਨੂੰ ਇੰਪਲੀਮੈਂਟ ਕਰਨ ਲਈ top is equal to this one ठीक है इत्थे टॉप है
और 6 लोकेशन ਦੇ ਉੱਪਰ ਸਮਟਾਈਮ ਦਿਸ ਇਜ਼ ਡਨ ਟੂ ਅਲਾਉ ਟੂ ਸਟੈਕ ਟੂ ਸ਼ੇਅਰ ਦਾ ਸੇਮ ਸਟੋਰੇਜ ਏਰੀਆ, ਇਸ ਤਰ੍ਹਾਂ ਕਰਕੇ। ਸੋ ਇੱਥੇ ਆਪਾਂ ਕੋਲ ਜਿਹੜੇ ਦੋ ਟੌਪ ਵੇਰੀਏਬਲ ਹੋਣਗੇ, ਇੱਕ ਸਟੈਕ ਮੈਂ ਲੈਫਟ ਐਂਡ ਤੇ ਐਂਟਰ ਕਰਾਂਗਾ, ਦੂਸਰੀ ਸਟੈਕ ਮੈਂ ਰਾਈਟ ਐਂਡ ਤੇ ਐਂਟਰ ਕਰਾਂਗਾ। ਸੋ ਦੂਸਰੀ ਸਟੈਕ ਜਿਹੜੀ ਹੈ ਉਹਦੇ ਵਾਸਤੇ ਮੇਰਾ ਵੇਰੀਏਬਲ ਹੈ, ਉਹਦਾ ਨਾਮ ਮੈਂ ਥੋੜਾ ਜਿਹਾ ਚੇਂਜ ਕਰਤਾ, ਟੌਪ ਸਟੈਕ 1 ਰੱਖ ਲਿਆ। ਜਿਹੜੀ ਫਰਸਟ ਸੈਕਿੰਡ ਸਟੈਕ ਹੈ ਉਹਦਾ ਨਾਮ ਮੈਂ ਰੱਖ ਲਿਆ ਟੌਪ ਸਟੈਕ 2। ਸੋ ਦੋਨੋਂ ਹੀ ਵੇਰੀਏਬਲ ਦੇ ਵਿੱਚ ਜਿਹੜੇ ਆਪੋ ਆਪਣੇ ਸਟੈਕ ਦੇ ਵਿੱਚ ਜਿਹੜਾ ਟੌਪ ਐਲੀਮੈਂਟ ਆ ਉਹਨੂੰ ਅਪਾਇੰਟ ਕਰ ਰਹੇ ਨੇ। ਸੋ ਇਸ ਕੇਸ ਦੇ ਵਿੱਚ ਜਿਹੜੇ ਟੌਪ ਹੈ ਉਹਨੇ ਇਸ ਪਾਸੇ ਨੂੰ ਇਨਕਰੀਜ਼ ਹੋਣਾ ਹੈ, ਇਸ ਕੇਸ ਦੇ ਵਿੱਚ ਜਿਹੜਾ ਸਟਾਪ ਹੈ ਉਹਨੇ ਇਸ ਪਾਸੇ ਨੂੰ ਇਨਕਰੀਜ਼ ਹੋਣਾ ਹੈ। ਸੋ ਇੱਥੇ ਜਦੋਂ ਆਪਾਂ ਕੋਈ ਵੈਲਿਊ ਪੁਸ਼ ਕਰਾਂਗੇ ਤਾਂ ਇੱਥੇ ਟੌਪ ਸਟੈਕ ਪਲੱਸ ਪਲੱਸ ਕਰਾਂਗੇ, ਬਟ ਇੱਥੇ ਟੌਪ ਸਟੈਕ ਮਾਈਨਸ ਮਾਈਨਸ ਕਰਾਂਗੇ ਕਿਉਂਕਿ ਇਧਰੋਂ ਇੰਡੈਕਸ ਨੰਬਰ ਘਟ ਰਹੇ ਹੈ। ਠੀਕ, ਸੋ ਟੌਪ ਐਲੀਮੈਂਟ ਪੁਆਇੰਟ ਕਰੇਗਾ 6 ਦੀ ਥਾਂ ਤੇ 5 ਨੂੰ, 5 ਦੀ ਥਾਂ ਤੇ ਫਿਰ 4 ਨੂੰ, ਬਟ ਜੇ ਇਧਰੋਂ ਐਡ ਕਰ ਰਹੇ ਆ ਤਾਂ 2 ਦੀ ਥਾਂ ਤੇ 3 ਨੂੰ, 3 ਦੀ ਥਾਂ ਤੇ 4 ਨੂੰ। ਸੋ ਅਕੋਰਡਿੰਗਲੀ ਤੁਹਾਨੂੰ ਆਪਣਾ ਲੌਜਿਕ ਥੋੜਾ ਜਿਹਾ ਚੇਂਜ ਕਰਨਾ ਪਏਗਾ। ਸੋ ਯੂ ਕੈਨ ਸ਼ੇਅਰ ਦਾ ਸਪੇਸ in the same array among the two different stacks। तो ਇਸ ਤੋਂ ਇਲਾਵਾ ਹੋਰ ਵੀ ਸਟੈਕਸ ਬਣਾ ਸਕਦੇ ਆ ਆਪਾਂ। ਸੋ ਜੇ ਹੋਰ ਵੀ ਇੱਕੋ ਐਰੇ ਦੇ ਵਿੱਚ ਮਲਟੀਪਲ ਸਟੈਕਸ ਆਪਾਂ ਇੰਪਲੀਮੈਂਟ ਕਰ ਸਕਦੇ ਆ। ਸੋ ਜੇ ਮੇਰੇ ਕੋਲ 3 ਸਟੈਕਸ ਆ ਜਾਣ ਤਾਂ ਆਈ ਕੈਨ ਡਿਵਾਈਡ ਦਾ ਏਰੀਆ ਇਨਟੂ 3 ਏਰੀਆਜ਼। ਉੱਥੇ ਫਿਰ ਮੈਨੂੰ ਹੋਰ ਵੇਰੀਏਬਲ ਚਾਹੀਦੇ ਹੋਣਗੇ ਕਿ ਸਟੈਕ 1 ਕਿੱਥੋਂ ਸਟਾਰਟ ਹੋ ਰਹੀ ਹੈ, ਸਟਾਰਟ ਸਟੈਕ 1 ਐਂਡ, ਸਟੈਕ 2 ਸਟਾਰਟ, ਸਟੈਕ 2 ਐਂਡ, ਇੱਥੇ ਪੁਆਇੰਟ ਹੋਏਗਾ ਸਟੈਕ 2 ਸਟਾਰਟ, ਤੇ ਇੱਥੇ ਹੋਏਗਾ ਸਟੈਕ 2 ਐਂਡ, ਇੱਥੇ ਹੋ ਗਿਆ ਸਟੈਕ 3 ਸਟਾਰਟ, ਸਟੈਕ 3 ਐਂਡ। ਸੋ ਆਪਾਂ ਨੂੰ ਆ ਵੇਰੀਏਬਲ ਇਨਕਰੀਜ਼ ਕਰਨੇ ਪੈਣਗੇ। ਆਪਾਂ ਇਸ ਤਰ੍ਹਾਂ ਕਰਕੇ ਹੋਰ ਵੇਰੀਏਬਲ ਇਨਕਰੀਜ਼ ਕਰੀ ਚੱਲੀਏ, ਉਹਨਾਂ ਦੇ ਵਿੱਚ ਆਪਾਂ ਇਨਫੋਰਮੇਸ਼ਨ ਰੱਖੀ ਚੱਲੀਏ, ਐਂਡ ਵੀ ਕੈਨ ਇੰਪਲੀਮੈਂਟ ਮਲਟੀਪਲ ਸਟੈਕਸ ਇਨ ਦਾ ਸੇਮ ਐਰੇ। ਸੋ ਦਿਸ ਇਜ਼ ਕਿ ਤੁਸੀਂ ਆਪਣੇ ਮਾਈਂਡ ਸੈਟਅਪ ਨੂੰ ਥੋੜਾ ਜਿਹਾ ਬ੍ਰੌਡ ਕਰਨਾ ਹੈ। ਤੁਸੀਂ ਇਹ ਦੇਖਣਾ ਹੈ ਕਿ ਇਹ ਆਪਣੇ ਕੋਲ ਮੈਮਰੀ ਦਾ ਲੀਨੀਅਰ ਹੈ। ਹੁਣ ਉਹੀ ਲੀਨੀਅਰ ਮੈਮਰੀ ਹੈ ਜਿਹੜੀ ਰੈਮ ਸੀਗੀ ਸ਼ੁਰੂ ਦੇ ਵਿੱਚ ਆਪਾਂ ਗੱਲ ਕੀਤੀ ਸੀ, ਉਸੇ ਦੇ ਵਿੱਚੋਂ ਆਪਾਂ ਇੱਕ ਸਟੈਕ ਵੀ ਬਣਾ ਸਕਦੇ ਹਾਂ, ਉਸੇ ਦੇ ਵਿੱਚ ਆਪਾਂ ਉਹਨੂੰ 2 ਸਟੈਕਸ ਵੀ ਬਣਾ ਸਕਦੇ ਹਾਂ, ਉਸੇ ਦੇ ਵਿੱਚ ਆਪਾਂ ਉਹਨੂੰ 3 ਵੀ ਬਣਾ ਸਕਦੇ ਹਾਂ, 10 ਵੀ ਬਣਾ ਸਕਦੇ ਹਾਂ, ਹਜ਼ਾਰਾਂ ਸਟੈਕਸ ਵੀ ਉਸੇ ਮੈਮਰੀ ਦੇ ਵਿੱਚ ਬਣ ਸਕਦੀਆਂ ਨੇ। ਇਟ ਆਲ ਡਿਪੈਂਡਸ ਅਪਨ ਯੂਅਰ ਇਮੇਜਿਨੇਸ਼ਨ। So then there is error checking. So there are 2 stack errors that can occur. One is underflow, second one is overflow. Trying to pop an empty stack and trying to push onto an already full stack. So this is stack implementation application. One of the application is palindrome. I think ਹਾਂ ਇਹਨਾਂ ਐਪਲੀਕੇਸ਼ਨ ਤੋਂ ਪਹਿਲਾਂ ਆਪਾਂ ਸਟੈਕ ਨੂੰ ਇੰਪਲੀਮੈਂਟ ਕਰਨ ਦਾ ਤਰੀਕਾ ਜਿਹੜਾ ਹੈ ਉਹ ਕਰਾਂਗੇ ਕਿ ਸਟੈਕ ਨੂੰ ਆਪਾਂ ਇੰਪਲੀਮੈਂਟ ਕਿਵੇਂ ਕਰਨਾ ਹੈ। ਠੀਕ, ਸੋ ਇੰਪਲੀਮੈਂਟ ਕਰਨ ਲਈ ਤੁਸੀਂ ਸਟੈਕ ਦਾ ਇੱਕ ਸਟਰਕਚਰ ਕ੍ਰੀਏਟ ਕਰ ਸਕਦੇ ਹੋ। ਯੂ ਕੈਨ ਕ੍ਰੀਏਟ ਅ ਕਲਾਸ ਆਲਸੋ, ਕਲਾਸ ਸਟੈਕ, ਜਿਹਦੇ ਵਿੱਚ ਮੈਂ ਪਹਿਲਾਂ ਵੀ ਗੱਲ ਕੀਤੀ ਆਪਣੇ ਕੋਲ 2 ਵੇਰੀਏਬਲਸ ਹੋਣਗੇ। ਵਨ ਵੇਰੀਏਬਲ ਇਜ਼ ਆਫ ਐਰੇ, ਸਪੋਜ਼ ਮੈਂ ਇਹਨੂੰ 10 ਲੋਕੇਸ਼ਨ ਦੀ ਮੈਂ ਐਰੇ ਕ੍ਰੀਏਟ ਕਰ ਲੈਣੇ ਆ, ਐਂਡ ਵਨ ਵੇਰੀਏਬਲ ਇਜ਼ ਆਫ ਟੌਪ। ਠੀਕ ਹੈ, ਜਿਹੜਾ ਕਿ ਟੌਪ ਪੋਜੀਸ਼ਨ ਨੂੰ ਪੁਆਇੰਟ ਕਰੇਗਾ। ਸੋ ਕਿਸੇ ਵੀ ਸਟੈਕ ਨੂੰ ਇੰਪਲੀਮੈਂਟ ਕਰਨ ਲਈ ਮੈਨੂੰ 2 ਵੇਰੀਏਬਲ ਚਾਹੀਦੇ ਹੈ, ਵਨ ਐਰੇ, ਅਨਦਰ ਵਨ ਕਿ ਟੌਪ ਪੋਜੀਸ਼ਨ ਕੀ ਹੈ। ਦੋਨੋਂ ਹੀ ਵੇਰੀਏਬਲ ਆਪਾਂ ਰੱਖਣੇ ਨੇ ਪ੍ਰਾਈਵੇਟ। ਠੀਕ ਹੈ, ਦੋਨੋਂ ਹੀ ਵੇਰੀਏਬਲ ਆਪਾਂ ਰੱਖਣੇ ਆ ਪ੍ਰਾਈਵੇਟ। ਸੋ ਇਹ ਦੋਨੋਂ ਵੇਰੀਏਬਲਸ ਕਲਾਸ ਤੋਂ ਬਾਹਰੋਂ ਅਸੈਸ ਨਹੀਂ ਹੋਣਗੇ, ਕਲਾਸ ਦੇ ਅੰਦਰ ਹੀ ਅਸੈਸ ਹੋਣਗੇ। ਉਸ ਤੋਂ ਬਾਅਦ ਆਪਾਂ ਲਗਾਉਣਾ ਹੈ ਪਬਲਿਕ ਪੁਸ਼ ਆਪਰੇਸ਼ਨ। push operation ਕੀ ਕਰੇਗਾ, it will accept some value and place that value into the stack। ਹੁਣ stack ਕੀ ਹੈ, ਇੱਥੇ ਇਸ ਐਰੇ ਦੇ ਵਿੱਚ ਰੱਖਣਾ ਹੈ। ਠੀਕ, ਉਸ ਤੋਂ ਬਾਅਦ ਸਭ ਤੋਂ ਪਹਿਲਾਂ ਨਹੀਂ ਪੁਸ਼ ਨਹੀਂ, ਆਪਾਂ ਪਹਿਲਾਂ ਇਨੀਸ਼ੀਅਲਾਈਜ਼ ਕਰਾਂਗੇ। ਇਨੀਸ਼ੀਅਲਾਈਜ਼ ਕਰਨ ਲਈ ਮੈਂ ਇੱਕ ਕੰਸਟਰਕਟਰ ਬਣਾ ਲੈਣਾ। ਸੋ what is constructor? Everybody understand what is constructor? ਕੰਸਟਰਕਟਰ ਕੀ ਚੀਜ਼ ਹੁੰਦੀ ਹੈ? The same name the method. That is a method who has same name as that of class, and that will be called automatically whenever the object of that class will be created। ਠੀਕ ਹੈ, ਜਦੋਂ ਵੀ ਮੈਂ ਸਟੈਕ ਕਲਾਸ ਦਾ ਆਬਜੈਕਟ ਬਣਾਵਾਂਗਾ ਤਾਂ ਸਟੈਕ ਨਾਮ ਦਾ ਜਿਹੜਾ ਇਹ ਮੈਥਡ ਹੈ ਇਹ ਕਾਲ ਹੋਏਗਾ ਆਟੋਮੈਟਿਕਲੀ। ਤੁਸੀਂ ਇਹਨੂੰ ਕਾਲ ਨਹੀਂ ਕਰਨਾ, ਇਹ ਆਟੋਮੈਟਿਕਲੀ ਕਾਲ ਹੋਏਗਾ। ਔਰ ਇਸ ਮੈਥਡ ਦੇ ਵਿੱਚ ਆਪਾਂ ਕੀ ਕੰਮ ਕਰਾਂਗੇ, ਆਪਾਂ ਸਟੈਕ ਨੂੰ ਇਨੀਸ਼ੀਅਲਾਈਜ਼ ਕਰਨਾ ਹੈ। ਸਟੈਕ ਨੂੰ ਇਨੀਸ਼ੀਅਲਾਈਜ਼ ਕਰਨ ਦਾ ਮਤਲਬ ਕੀ ਹੈ ਕਿ ਆਹ ਵੇਰੀਏਬਲ ਜੋ ਹੈ ਇਹ ਵੇਰੀਏਬਲ ਮੈਮਰੀ ਦੇ ਇਸ ਵੇਰੀਏਬਲ A ਵਾਸਤੇ ਮੈਮਰੀ ਐਲੋਕੇਟ ਹੋਏਗੀ ਜੋ ਕਿ ਕੰਪਿਊਟਰ ਨੇ ਆਪਣੇ ਆਪ ਕਰ ਦੇਣੀ ਕਿਉਂਕਿ ਇਹ ਇੱਕ ਐਰੇ ਹੈ। ਇਹਦੇ ਵਿੱਚ ਤੁਸੀਂ ਮੈਮਰੀ ਐਲੋਕੇਟ ਕਰਨ ਦੀ ਤੁਹਾਨੂੰ ਲੋੜ ਨਹੀਂ ਹੈ। ਤਾਂ ਇਹ ਐਰੇ ਆਪਣੇ ਆਪ ਬਣ ਜਾਣੀ ਹੈ। ਰਹਿ ਗਿਆ ਵੇਰੀਏਬਲ ਟੌਪ।
ਹੁਣ ਟਾਪ ਵੇਰੀਏਬਲ ਦੀ ਵੈਲਿਊ ਕਿੰਨੀ ਹੋਏਗੀ? ਬਾਈ ਡਿਫਾਲਟ ਜਦੋਂ ਆਪਾਂ ਐਰੇ ਕ੍ਰੀਏਟ ਹੁੰਦੀ ਹੈ ਤਾਂ ਉਹਦੇ ਵਿੱਚ ਟਾਪ ਵੇਰੀਏਬਲ ਕਿੱਥੇ ਪੁਆਇੰਟ ਕਰੇਗਾ? ਉਹਦੇ ਵਿੱਚ ਕੋਈ ਵੈਲਿਊ ਨਹੀਂ ਭਰੀ ਹੋਈ, ਅਪ ਟੂ 9 ਆਪਣੇ ਕੋਲ ਐਰੇ ਆ ਗਈ। ਹੁਣ ਇਸ ਐਰੇ ਦੇ ਵਿੱਚ ਕੋਈ ਵੀ ਵੈਲਿਊ ਭਰੀ ਨਹੀਂ ਹੋਈ, ਠੀਕ ਹੈ, ਸੋ ਐਰੇ ਐਮਟੀ ਹੈ। ਤਾਂ ਦੈਟ ਮੀਨਸ ਟਾਪ ਵੇਰੀਏਬਲ ਕਿਹੜੇ ਇੰਡੈਕਸ ਨੰਬਰ ਤੇ ਪੁਆਇੰਟ ਕਰੇਗਾ? -1 ਤੇ। -1 ਮੈਂ ਪਹਿਲਾਂ ਵੀ ਦੱਸਦਾ ਸੀਗਾ। ਸੋ ਆਈ ਵਿਲ ਇਨੀਸ਼ੀਅਲਾਈਜ਼ ਇਟ -1, ਠੀਕ ਹੈ। -1 ਦਾ ਮਤਲਬ ਕੀ ਹੈ ਕਿ ਕੋਈ ਵੀ ਇੰਡੈਕਸ ਨੰਬਰ ਨਹੀਂ ਹੈਗਾ, ਠੀਕ। ਸੋ ਜਦੋਂ ਆਪਾਂ ਇਨੀਸ਼ੀਅਲਾਈਜ਼ ਕਰਤਾ, ਉਸ ਤੋਂ ਬਾਅਦ ਹੁਣ ਜਦੋਂ ਆਪਾਂ ਪੁਸ਼ ਕਰਨਾ ਹੈ, ਜਦੋਂ ਆਪਾਂ ਵੈਲਿਊ ਪੁਸ਼ ਕਰਨੀ ਹੈ x ਵੈਲਿਊ, ਤਾਂ ਆਪਣਾ ਕੀ ਕਰਾਂਗੇ? ਪਹਿਲਾਂ ਆਪਾਂ ਟਾਪ ਦੀ ਵੈਲਿਊ ਨੂੰ ਇਨਕਰੀਮੈਂਟ ਕਰਾਂਗੇ, ਪਹਿਲਾ ਸਟੈਪ, ਤਾਂ ਕਿ ਇਹ -1 ਤੋਂ ਇਨਕਰੀਮੈਂਟ ਹੋ ਕੇ 0 ਤੇ ਪਹੁੰਚ ਜੇ। ਫਿਰ ਆਪਾਂ ਕੀ ਕਰਨਾ ਹੈ? a ਦੀ ਟਾਪ ਲੋਕੇਸ਼ਨ ਤੇ, ਜਿੱਥੇ ਟਾਪ ਪੁਆਇੰਟ ਕਰ ਰਿਹਾ ਹੈ, ਉੱਥੇ ਆਪਾਂ ਕੀ ਕਰਨਾ ਹੈ? ਵੈਲਿਊ x ਨੂੰ ਇਨਸਰਟ ਕਰ ਦੇਣਾ। ਗॉट ਮਾਈ ਪੁਆਇੰਟ? ਠੀਕ ਹੈ, ਇੱਥੇ ਤੱਕ ਕਲੀਅਰ ਹੈ? है ना? सो दैट इज ऑल अबाउट पुश ऑपरेशन। इस तो अलावा कुछ और करने की लोड़ है? टाइम कितना बचा? अपने को टाइम कितना ਤੁਹਾਡੀ ਸਕਰੀਨ ਤੇ ਦਿਖ ਰਿਹਾ ਕੁਝ? ਸਰ ਟਾਈਮ ਤਾਂ ਬਹੁਤ ਟਾਈਮ ਦਾ, ਅੱਜ ਖੁੱਲੀ ਚੱਲਦੀ ਹੈ ਜੂਮ। ਹਾਂਜੀ, ਅੱਜ ਤਾਂ ਖੁੱਲਾ ਹੀ ਹੈ ਜੀ। ਕੋਈ ਟਾਈਮ ਨਹੀਂ ਅੱਜ ਆ ਰਿਹਾ? ਟਾਈਮ ਲਿਮਟ ਨਹੀਂ ਹੈਗੀ। ਅੱਜ ਕੀ ਹੋ ਗਿਆ? ਅੱਜ ਉਹ ਪਹਿਲਾਂ ਉਹ ਮੈਮ ਨੇ ਦੱਸਿਆ ਜੋ ਸੋਨਾ ਮੈਮ ਨੇ, ਉਹ ਕਹਿੰਦੇ ਅਮਰੀਕਾ ਛੁੱਟੀ ਛਾਟੀ ਆ ਜੀ, ਆਪਾਂ ਨੂੰ 54 ਮਿੰਟ ਹੋ ਜੀ ਲੱਗਿਆ ਨੂੰ। ਅੱਛਾ, ਵਾਹ ਜੀ ਵਾਹ, ਮਜ਼ਾ ਲੱਗ ਗਿਆ ਫਿਰ ਤਾਂ। ਚਲੋ ਐਨੀ ਹੋ, ਥੈਂਕ ਮੈਂ ਯੂ ਡੇ। ਫਿਰ ਸਕਰੀਨ ਆਪਾਂ ਚੇਂਜ ਕਰਦੇ ਹਾਂ। ਸਕਰੀਨ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਕਰਾਂਗਾ ਵਾਈਟ ਬੋਰਡ। ਓਕੇ, ਸੋ ਆਈ ਹੋਪ ਵਿਜ਼ੀਬਲ ਹੈ ਸਾਰਿਆਂ ਨੂੰ, ਹੈ ਨਾ? ਹੁਣ ਆਪਾਂ ਇੱਥੇ ਇੱਕ ਕਲਾਸ ਬਣਾ ਲਈ ਸਟੈਕ, ਠੀਕ ਹੈ। ਸਟੈਕ ਦੇ ਵਿੱਚ ਮੈਂ ਦੋ ਵੇਰੀਏਬਲ ਬਣਾਏ, ਪ੍ਰਾਈਵੇਟ ਪਹਿਲਾ ਹੈ ਆਪਣਾ ਐਰੇ 10 ਲੋਕੇਸ਼ਨ ਦੀ, ਇੰਟੀਜਰ ਟਾਈਪ ਦੀ, ਇੰਟੀਜਰ ਐਰੇ 10। दूसरा है प्राइवेट इंटीजर टॉप, ठीक है। और ਇਹਦੇ ਵਿੱਚ ਮੈਂ ਇੱਕ ਕੰਸਟਰਕਟਰ ਬਣਾ ਲਿਆ ਸਟੈਕ, ਔਰ ਉਹਦੇ ਵਿੱਚ ਆਪਣੇ ਕੋਲ ਆ ਗਿਆ ਟਾਪ ਇਜ਼ ਇਕੁਅਲ ਟੂ -1 ਇਨੀਸ਼ੀਅਲਾਈਜ਼ ਕਰ ਲਿਆ, ਠੀਕ। ਇਸ ਤੋਂ ਬਾਅਦ ਹੁਣ ਮੈਂ ਪੁਸ਼ ਆਪਰੇਸ਼ਨ ਬਣਾਇਆ। ਪੁਸ਼ ਆਪਰੇਸ਼ਨ ਦੇ ਵਿੱਚ ਮੈਂ ਦੋ ਗੱਲਾਂ ਲਿਖੀਆਂ ਸੀ ਕਿ ਪਹਿਲਾ ਸਟੈਪ ਕੀ ਹੈ, ਆਪਾਂ ਟਾਪ ਨੂੰ ++ ਕਰਾਂਗੇ, ਫਿਰ ਐਰੇ ਦੀ ਟਾਪ ਪੋਜੀਸ਼ਨ ਦੇ ਉੱਪਰ ਆਪਾਂ ਜਿਹੜੀ ਵੈਲਿਊ x ਬਾਹਰੋਂ ਆਣੀ ਹੈ ਉਹ ਆਪਾਂ ਇੱਥੇ ਐਡ ਕਰ ਦਿਆਂਗੇ, ਠੀਕ ਹੋ ਗਿਆ। that is your push operation। ਹੁਣ ਇਸ ਪੁਸ਼ ਆਪਰੇਸ਼ਨ ਦੇ ਵਿੱਚ ਕੁਝ ਹੋਰ ਕਰਨ ਦੀ ਲੋੜ ਹੈ? ਇਸ ਪੁਸ਼ ਆਪਰੇਸ਼ਨ ਦੇ ਵਿੱਚ ਕੋਈ ਚੀਜ਼ ਮਿਸਿੰਗ ਹੈ? ਵੈਲਿਊ ਪ੍ਰਿੰਟ ਤਾਂ ਨਹੀਂ ਕਰਾਉਣੀ? ਨਹੀਂ, ਵੈਲਿਊ ਪ੍ਰਿੰਟ ਨਹੀਂ ਹੋਏਗੀ। ਸਰ ਜਾਂ ਆਪਾਂ ਪਹਿਲਾਂ ਚੈੱਕ ਕਰਨਾ ਹੋਵੇ, ਆਪਾਂ ਨੂੰ ਨਾ ਪਤਾ ਹੋਵੇ ਸਟੈਕ ਪਹਿਲਾਂ ਖਾਲੀ ਹੈਗਾ ਕਿ ਨਾ ਜੀ, ਪੁਸ਼ ਕਰਨ ਦੇ ਲਈ ਆਪਾਂ ਨੂੰ ਖਾਲੀ ਚੈੱਕ ਕਰਨ ਦੀ ਲੋੜ ਨਹੀਂ ਹੈ। ਜਦੋਂ ਆਪਾਂ ਪੁਸ਼ ਕਰਨਾ ਹੈ, ਪੁਸ਼ ਤਾਂ ਆਪਾਂ ਵੈਲਿਊ ਐਡ ਹੀ ਕਰਨੀ ਹੈ, ਤਾਂ ਐਡ ਕਰਨ ਵੇਲੇ ਆਪਾਂ ਖਾਲੀ ਚੈੱਕ ਜੇ ਓਵਰਫਲੋ ਹੋਵੇ, ਭਰਿਆ ਵਾ ਨਾ ਹੋਵੇ ਜੀ। ਹਾਂ, ਆਪਾਂ ਇਹ ਚੈੱਕ ਸਟੈਕ ਫੁੱਲ ਨਹੀਂ ਹੋਣੀ, ਦੈਟ ਮੀਨਸ ਚੈੱਕ ਨਹੀਂ ਕਰਨੀ ਜੀ, ਓਵਰਫਲੋ ਹੋਵੇ। ਹਾਂ, ਦੈਟ ਮੀਨਸ ਇਹ ਆਪਰੇਸ਼ਨ ਉਦੋਂ ਹੋਏਗਾ ਜੇ ਸਟੈਕ ਦੇ ਵਿੱਚ ਓਵਰਫਲੋ ਨਹੀਂ ਹੋ ਰਿਹਾ। ਸੋ ਓਵਰਫਲੋ ਦਾ ਚੈੱਕ ਕੀ ਹੈ? ਸੋ ਆਪਾਂ ਇੱਥੇ ਇੱਕ ਚੈੱਕ ਲਗਾਵਾਂਗੇ, ਇਫ। ਕਦੋਂ ਪਤਾ ਲੱਗੇਗਾ ਕਿ ਓਵਰਫਲੋ ਹੋ ਗਿਆ? ਸਰ ਜੇ ਟਾਪ 10 ਪੋਜੀਸ਼ਨ ਤੇ ਹੋਇਆ ਜੀ। ਹਾਂ, ਜਦੋਂ ਟਾਪ ਦੀ ਵੈਲਿਊ 9 ਤੇ ਹੋਊ, ਜਦੋਂ 9 ਹੋਊ, ਜਦੋਂ ਟਾਪ ਦੀ ਵੈਲਿਊ ਕਿੰਨੀ ਹੈ, ਸੋ ਇਹਨੂੰ ਆਪਾਂ ਮੈਕਸ ਸਾਈਜ਼ ਮੰਨ ਕੇ ਰੱਖ ਲੈਂਦੇ ਆ, ਠੀਕ ਹੈ। ਸੋ ਦੈਟ ਇਜ਼ ਯੂਅਰ ਮੈਕਸ ਸਾਈਜ਼। ਤੁਸੀਂ ਪਹਿਲਾਂ ਹੀ ਡਿਕਲੇਅਰ ਕਰ ਲੈਣਾ ਹੈ, ਡਿਫਾਈਨ ਲਗਾ ਕੇ, ਡਿਫਾਈਨ ਮੈਕਸ ਸਾਈਜ਼ 10, ਠੀਕ ਹੈ। ਸੋ ਇੱਥੇ ਤੁਸੀਂ ਆਪਾਂ ਮੈਕਸ ਸਾਈਜ਼ ਲਿਖਾਂਗੇ ਤਾਂ ਕਿ ਆਪਣੇ ਆਪ ਉਹ ਚੇਂਜ ਹੋ ਜਾਵੇ, ਠੀਕ। ਉਸ ਤੋਂ ਬਾਅਦ ਇੱਥੇ ਆਪਾਂ ਕੀ ਚੈੱਕ ਕਰਾਂਗੇ ਕਿ ਜਦੋਂ ਟਾਪ ਦੀ ਵੈਲਿਊ ਕਿੰਨੀ ਹੈ, ਇਕੁਅਲ ਟੂ ਮੈਕਸ ਬਣੇ ਮੈਕਸ ਸਾਈਜ਼ -1, ਠੀਕ ਹੈ। ਮੈਕਸ ਸਾਈਜ਼ 10 ਹੋਏਗਾ, ਬਟ ਟਾਪ ਇੰਡੈਕਸ ਜਿਹੜਾ ਹੈ ਉਹ 9 ਹੋਏਗਾ। ਸੋ ਜਦੋਂ ਟਾਪ 9 ਨੂੰ ਪੁਆਇੰਟ ਕਰ ਰਿਹਾ ਹੈ, ਕਿਉਂਕਿ ਮੇਰੇ ਕੋਲ 10 ਲੋਕੇਸ਼ਨਸ ਹੈ 0 ਤੋਂ ਲੈ ਕੇ 9 ਤੱਕ, ਸੋ ਜਦੋਂ ਮੇਰਾ ਟਾਪ ਇੱਥੇ ਪਹੁੰਚ ਗਿਆ, ਇੱਥੇ ਮੈਂ ਵੈਲਿਊ ਫਿਟ ਕਰਤੀ,
ਠੀਕ ਹੈ। ਉਸ ਤੋਂ ਬਾਅਦ ਮੈਂ ਇੱਥੇ ਹੋਰ ਵੈਲਿਊ ਨਹੀਂ ਐਡ ਕਰ ਸਕਦਾ। ਤੋ ਇਹ ਕੰਡੀਸ਼ਨ ਨੂੰ ਕਿਵੇਂ ਚੈੱਕ ਕਰਾਂਗੇ? ਇਫ ਟਾਪ ਇਜ਼ ਇਕੁਅਲ ਟੂ ਮੈਕਸ ਸਾਈਜ਼ ਮਾਈਨਸ 1 ਫਿਰ ਕੀ ਹੋਵੇ? ਫਿਰ ਕੀ ਹੋਵੇ? ਐਰਰ ਦੇ ਦੇ ਓਵਰਫਲੋ ਦਾ। ਕੀ ਆਊਟ ਹੋ ਜੂ ਓਵਰਫਲੋ ਜੀ। ਹਾਂ, ਫਿਰ ਕੀ ਹੋਵੇ? ਇਹਨੂੰ ਆਪਾਂ ਡਿਲੀਟ ਕਰ ਦਈਏ। ਠੀਕ ਹੈ, ਫਿਰ ਕੀ ਹੋਵੇ? ਮੈਸੇਜ ਆ ਜਾਏ ਸੀ ਆਊਟ ਓਵਰਫਲੋ। ਠੀਕ ਹੈ, ਮੈਸੇਜ ਆ ਗਿਆ ਓਵਰਫਲੋ। ਐਲਸ ਪਾਰਟ ਨਹੀਂ ਤਾਂ ਕੀ ਹੋਵੇ? ਨਹੀਂ ਤਾਂ ਟਾਪ ਇਨਕਰੀਮੈਂਟ ਹੋ ਜਾਏਗਾ ਔਰ a ਦੀ ਟਾਪ ਵੈਲਿਊ ਤੇ ਵੈਲਿਊ ਪੈ ਗਈ x। ਠੀਕ ਹੈ ਜੀ। ਸੋ ਇਹ ਹੋ ਗਿਆ ਤੁਹਾਡਾ ਪੁਸ਼ ਆਪਰੇਸ਼ਨ। ਹੁਣ ਇਹ ਕੰਪਲੀਟ ਹੈ। ਓਕੇ, ਕਿਸੇ ਨੂੰ ਨਾ ਸਮਝ ਲੱਗਿਆ ਹੋਵੇ? ਕਿਸੇ ਨੂੰ ਨਾ ਸਮਝ ਲੱਗਿਆ ਹੋਵੇ? ਸਭ ਨੂੰ ਸਮਝ ਲੱਗ ਗਿਆ? ਠੀਕ ਹੈ, ਹੁਣ ਤੁਸੀਂ ਮੈਨੂੰ ਇਸ ਆਪਰੇਸ਼ਨ ਦੀ ਟਾਈਮ ਕੰਪਲੈਕਸਿਟੀ ਦੱਸਣੀ ਹੈ ਕਿ ਇਸ ਆਪਰੇਸ਼ਨ ਨੂੰ ਕਿੰਨਾ ਟਾਈਮ ਲੱਗਿਆ। What is the time complexity of push operation? ਕਾਂਸਟੈਂਟ ਕਾਂਸਟੈਂਟ क्यों? constant time Why? ਕੋਈ ਲੂਪ ਨਹੀਂ ਲੱਗੀ ਹੈ ਜੀ। Very good. So it is always constant. So the time complexity of push operation is of the order of constant. So ਜੇ ਇਸ ਸਟੇਟਮੈਂਟ ਨੂੰ ਪਹਿਲੀ ਵਾਰੀ ਚਲਾਉਣ ਲੱਗਿਆ 1 ਸੈਕਿੰਡ ਲੱਗਿਆ, ਇਸ ਸਟੇਟਮੈਂਟ ਨੂੰ ਚਲਾਉਣ ਲੱਗਿਆ 1 ਸੈਕਿੰਡ ਲੱਗਿਆ, ਇਸ ਸਟੇਟਮੈਂਟ ਨੂੰ ਚਲਾਉਣ ਲੱਗਿਆ 1 ਸੈਕਿੰਡ ਲੱਗਿਆ, ਟੋਟਲ 3 ਸੈਕਿੰਡ ਲੱਗੇ ਇੱਕ ਵਾਰੀ ਪ੍ਰੋਗਰਾਮ ਨੂੰ ਚਲਾਉਂਦੇ ਆ। ਦੂਜੀ ਵਾਰੀ ਚਲਾਵਾਂਗੇ ਤਾਂ ਵੀ 3 ਸੈਕਿੰਡ ਹੀ ਲੱਗਣਗੇ, ਤੀਸਰੀ ਵਾਰੀ ਚਲਾਵਾਂਗੇ ਤਾਂ ਵੀ 3 ਸੈਕਿੰਡ ਲੱਗਣਗੇ, 10ਵੀਂ ਵਾਰੀ ਚਲਾਵਾਂਗੇ ਤਾਂ ਵੀ 3 ਸੈਕਿੰਡ ਲੱਗਣਗੇ, 1000ਵੀਂ ਵਾਰੀ ਵੀ ਚਲਾਵਾਂਗੇ ਤਾਂ ਵੀ ਉਹ ਸੇਮ ਹੀ ਟਾਈਮ ਲੱਗੇਗਾ। ਸੋ ਇਟ ਇਜ਼ ਆਲਵੇਜ਼ ਕਨਸਟੈਂਟ ਟਾਈਮ। ਠੀਕ ਹੈ, ਕਲੀਅਰ ਹੈ ਸਾਰਿਆਂ ਨੂੰ? ਠੀਕ ਹੈ, ਹੁਣ ਇਹਦੇ ਵਿੱਚ ਮੈਂ Yes, sir. ਪੌਪ ਆਪਰੇਸ਼ਨ ਆਪਾਂ ਬਣਾ ਕੇ ਦੇਖਾਂਗੇ। ਪੌਪ ਆਪਰੇਸ਼ਨ ਕਿਵੇਂ ਬਣੇਗਾ? Now I am going for the pop operation. ਠੀਕ ਹੈ, ਪੁਸ਼ ਦੀ ਥਾਂ ਤੇ ਆਪਾਂ ਕਰਤਾ ਪੌਪ। ਜਦੋਂ ਪੌਪ ਆਪਰੇਸ਼ਨ ਕਰਨਾ ਹੈ ਤਾਂ ਆਪਾਂ ਨੂੰ ਵੈਲਿਊ ਕੋਈ ਨਹੀਂ ਚਾਹੀਦੀ, ਬਲਕਿ ਆਪਾਂ ਠੀਕ ਹੈ ਰਿਟਰਨ ਕਰਾਂਗੇ, ਵੈਲਿਊ ਰਿਟਰਨ ਕਰਾਂਗੇ। ਦੈਟ ਮੀਨਸ ਉਹ ਜਿਹੜੀ ਵੈਲਿਊ ਹੈ ਇੰਟੀਜਰ ਟਾਈਪ ਦੀ ਹੋਏਗੀ ਤੇ ਇੱਥੇ ਰਿਟਰਨ ਟਾਈਪ ਇੰਟੀਜਰ ਆਪਾਂ ਨੂੰ ਲਿਖਣਾ ਪਏਗਾ। ਹੁਣ ਆਪਾਂ ਵੈਲਿਊ ਪੌਪ ਆਪਰੇਸ਼ਨ ਦੇ ਵਿੱਚ ਕੀ ਹੋ ਸਕਦਾ ਹੈ? ਅੰਡਰਫਲੋ ਆਪਾਂ ਟਾਪ ਅੰਡਰਫਲੋ ਹੋ ਸਕਦਾ। ਸੋ ਸਭ ਤੋਂ ਪਹਿਲਾਂ ਆਪਾਂ ਅੰਡਰਫਲੋ ਚੈੱਕ ਕਰਾਂਗੇ। ਇਫ ਅੰਡਰਫਲੋ ਕਿਵੇਂ ਚੈੱਕ ਹੋਏਗਾ? ਇਫ ਟਾਪ ਇਕੁਅਲ ਟੂ ਮਾਈਨਸ 1 ਜੇ ਟਾਪ ਦੀ ਵੈਲਿਊ ਆਲਰੇਡੀ -1 ਤੇ ਪਹੁੰਚੀ ਹੋਈ ਹੈ ਤਾਂ ਆਪਾਂ ਉਸ ਐਰੇ ਦੇ ਵਿੱਚੋਂ ਹੋਰ ਕੁਝ ਨਹੀਂ ਕੱਢ ਸਕਦੇ। ਠੀਕ, ਸੋ ਆਪਾਂ ਕੀ ਲਿਖਾਂਗੇ? ਸੀ ਆਊਟ ਕੀ ਲਿਖਾਂਗੇ? ਅੰਡਰਫਲੋ। ਠੀਕ ਹੈ, ਔਰ ਜੇ ਨਹੀਂ ਤਾਂ ਐਲਸ ਪਾਰਟ। ਐਲਸ ਪਾਰਟ ਕੀ ਹੈ? ਟਾਪ ਮਾਈਨਸ ਕਰ ਦਾਂਗੇ। Top -1 ਹਾਂ, ਫਿਰ ਟਾਪ ਆਲਰੇਡੀ ਮੇਰਾ ਇੱਥੇ ਪੁਆਇੰਟ ਕਰ ਰਿਹਾ, ਸਪੋਜ਼ 0 1 2 3। ਠੀਕ ਹੈ, ਮੇਰੀ ਵੈਲਿਊ ਇੱਥੇ ਪਈ ਹੈ, ਟਾਪ ਮੇਰਾ ਹੈ 3 ਤੇ। ਠੀਕ, ਵੈਲਿਊ ਇੱਥੇ ਪਈ ਜਿਹੜੀ ਆਪਾਂ ਐਕਸਟ੍ਰੈਕਟ ਕਰਨੀ ਹੈ, ਕਿਉਂਕਿ ਵੈਲਿਊ ਉਹ ਨਿਕਲਣੀ ਹੈ ਜਿਹੜੀ ਟਾਪ ਪੁਆਇੰਟ ਕਰ ਰਿਹਾ ਹੈ। ਠੀਕ, ਤਾਂ ਆਪਾਂ ਲਿਖਿਆ ਟਾਪ ਮਾਈਨਸ ਮਾਈਨਸ, ਉਸ ਤੋਂ ਬਾਅਦ ਵੈਲਿਊ ਇਜ਼ ਇਕੁਅਲ ਟੂ ਐਰੇ ਦੀ ਟਾਪ ਪੋਜੀਸ਼ਨ ਜਿੱਥੇ ਪੁਆਇੰਟ ਕਰ ਰਹੀ ਹੈ। ਠੀਕ ਹੋ ਗਿਆ? ਬਾਅਦ ਚੋਂ ਨਹੀਂ ਮਾਈਨਸ ਕਰਨਾ ਸੀ, ਪਹਿਲਾਂ ਉਹ ਕਰਕੇ। ਹਾਂ, ਕਰਤੀ। ਪਹਿਲਾਂ ਵੈਲਿਊ ਰੀਡ ਕਰਾਂਗੇ, ਬਾਅਦ ਚ ਮਾਈਨਸ ਕਰਾਂਗੇ। ਪਹਿਲਾਂ ਵੈਲਿਊ ਕੱਢਾਂਗੇ ਹੁਣ ਫਿਰ ਉਲਟ ਉਹਨੂੰ ਹੋਊਗਾ ਡਿਲੀਟ ਜੀ। ਕਰਾਂਗੇ, ਕਿਉਂਕਿ ਜੇ ਪਹਿਲਾਂ ਟਾਪ ਨੂੰ ਸ਼ਿਫਟ ਕਰਤਾ ਫਿਰ ਤਾਂ ਆਹ ਵੈਲਿਊ ਨਿਕਲ ਆਊਗੀ। ਕੱਢਣੀ ਤਾਂ ਆਹ ਸੀਗੀ ਆਪਾਂ ਨੇ। ਗਲਤ ਵੈਲਿਊ ਹੋ ਜੂ ਫਿਰ ਤਾਂ। ਪਹਿਲਾਂ ਵੈਲਿਊ ਕੱਢਾਂਗੇ ਫਿਰ ਆਪਾਂ ਉਹਨੂੰ ਡਿਕਰੀਮੈਂਟ ਕਰਾਂਗੇ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਜੇ ਤੁਸੀਂ ਲੌਜਿਕ ਨੂੰ ਸਮਝਿਆ ਹੋਊਗਾ ਤਾਂ ਹੀ ਤੁਸੀਂ ਇਹ ਚੀਜ਼ਾਂ ਧਿਆਨ ਰੱਖ ਸਕੋਗੇ। ਠੀਕ ਹੈ, ਸੋ ਪਹਿਲਾਂ ਆਪਾਂ ਵੈਲਿਊ ਨੂੰ ਕੀ ਕਰਨਾ ਹੈ? ਐਕਸਟ੍ਰੈਕਟ ਕਰਨਾ ਹੈ ਤੇ ਫਿਰ ਆਪਾਂ ਵੈਲਿਊ ਨੂੰ ਇਹ ਡਿਕਰੀਮੈਂਟ ਕਰਨੀ ਹੈ। ਪਹਿਲਾਂ ਵੈਲਿਊ ਡਿਕਰੀਮੈਂਟ ਲਿਖਾਂਗੇ ਕਰਾਂਗੇ। a ਸਰ ਨਾਲੇ ਤੁਸੀਂ ਪਹਿਲਾਂ ਕਿਹਾ ਸੀ ਵੀ ਜੇ ਆਪਾਂ ਟਾਪ ਮਾਈਨਸ ਕਰ ਦਈਏ ਤਾਂ ਵੈਲਿਊ ਅਸੈਸ ਹੀ ਨਹੀਂ ਹੋਣੀ ਜੀ ਗਾਹਾਂ ਵਾਲੀ।
ਟੌਪ ਮਾਈਨਸ ਕਰ ਦਈਏ ਤਾਂ ਅਸੈਸ ਕਿਉਂ ਨਹੀਂ ਹੋਣੀ? ਤੁਸੀਂ ਕਿਹਾ ਸੀ ਵੀ ਸਟੈਕ ਟੌਪ ਤੱਕ ਹੀ ਕਰਦਾ ਹੁੰਦਾ ਜੀ। ਹਾਂ ਤੇ ਟੌਪ ਪੋਜੀਸ਼ਨ ਤੋਂ ਹੀ ਆਪਾਂ ਐਕਸਟ੍ਰੈਕਟ ਕਰ ਰਹੇ ਹਾਂ ਨਾ, ਪਹਿਲਾਂ ਟੌਪ ਪੋਜੀਸ਼ਨ ਤੋਂ ਐਕਸਟ੍ਰੈਕਟ ਕਰਾਂਗੇ ਫਿਰ ਉਹਨੂੰ ਆਪਾਂ ਮਾਈਨਸ ਕਰਾਂਗੇ। ਟੌਪ ਤਾਂ ਉੱਥੇ ਹੀ ਖੜਾ, ਉਹ ਤਾਂ ਵੈਲਿਊ ਟੌਪ ਦੀ ਉਹ ਚ ਪਾਈ ਆ ਆਪਾਂ, ਹਨਾ ਜੀ। ਟੌਪ ਉੱਥੇ ਨਹੀਂ ਨਾ ਖੜਾ, ਟੌਪ ਨੂੰ ਵੀ ਤਾਂ ਆਪਾਂ ਸ਼ਿਫਟ ਕਰਤਾ ਨਾ। ਟੌਪ ਦੇ ਵਿੱਚ ਪਹਿਲਾਂ 3 ਸੀਗਾ, ਹਾਂ, ਹੁਣ ਉਹ ਉਹ ਤਾਂ 2 ਹੋ ਗਿਆ। ਹਾਂਜੀ ਟੌਪ ਨੂੰ ਵੀ ਆਪਾਂ ਸ਼ਿਫਟ ਕਰਤਾ, ਵੈਲਿਊ ਆਪਾਂ ਪਹਿਲਾਂ ਕੱਢ ਲਈ, ਟੌਪ ਨੂੰ ਆਪਾਂ ਸ਼ਿਫਟ ਕਰਤਾ, ਬਟ ਇਸ ਵੈਲਿਊ ਨੂੰ ਇੱਥੋਂ ਡਿਲੀਟ ਨਹੀਂ ਕਰਨਾ, ਇਹ ਉੱਥੇ ਪਈ ਰਹਿਣ ਦਿਓ। ਠੀਕ ਹੈ, ਜਾਂ ਤਾਂ ਇੱਥੇ ਡਿਲੀਟ ਦਾ ਲੌਜਿਕ ਲਗਾਓਗੇ, ਡਿਲੀਟ ਵੈਲਿਊ v, ਪਰ ਆਪਾਂ ਉਹਨੂੰ ਡਿਲੀਟ ਨਹੀਂ ਕਰਨਾ ਕਿਉਂਕਿ ਉੱਥੇ ਕੋਈ ਆਬਜੈਕਟ ਨਹੀਂ ਪਿਆ ਹੋਇਆ। ਜੇ ਉੱਥੇ ਕੋਈ ਆਬਜੈਕਟ ਪਿਆ ਹੁੰਦਾ ਤਾਂ ਫਿਰ ਆਪਾਂ ਉਸ ਆਬਜੈਕਟ ਨੂੰ ਡਿਲੀਟ ਵੀ ਕਰਦੇ। ਆਪਾਂ ਐਕਸਟ੍ਰੈਕਟ ਕਰ ਲਿਆ ਤੇ ਐਰੇ ਦੇ ਵਿੱਚੋਂ ਉਹਨੂੰ ਡਿਲੀਟ ਕਰ ਦਿੰਦੇ, ਬਟ ਆਪਾਂ ਕਿਉਂਕਿ ਪ੍ਰਿਮਿਟਿਵ ਡਾਟਾ ਟਾਈਪ ਨਾਲ ਚੱਲ ਰਹੇ ਹਾਂ, ਇਸ ਕਰਕੇ ਆਪਾਂ ਕੋਈ ਵੀ ਆਬਜੈਕਟ ਡਿਲੀਟ ਨਹੀਂ ਕਰਨਾ। ਸੋ ਇਸ ਕਰਕੇ ਇਹ ਜਿਹੜਾ ਲੌਜਿਕ ਹੈ ਇੱਥੇ ਲਗਾਉਣ ਦੀ ਜ਼ਰੂਰਤ ਨਹੀਂ ਹੈ। ਠੀਕ ਹੈ, ਸੋ ਜਿਹੜਾ ਆਪਾਂ ਲੌਜਿਕ ਲਗਾਉਣਾ ਹੈ ਕਿ ਆਪਾਂ ਵੈਲਿਊ ਐਕਸਟ੍ਰੈਕਟ ਕਰਨੀ ਹੈ v ਦੇ ਵਿੱਚ, ਟੌਪ ਨੂੰ ਮਾਈਨਸ ਕਰ ਦੇਣਾ ਹੈ, ਔਰ ਜਦੋਂ ਇਹ ਲੂਪ ਖਤਮ ਹੋਏਗੀ ਤਾਂ ਆਪਾਂ ਇੱਥੇ ਲਾਸਟ ਦੇ ਵਿੱਚ ਲਿਖਣਾ ਹੈ ਰਿਟਰਨ v। ਠੀਕ, ਕਿਉਂਕਿ ਆਪਾਂ ਵੈਲਿਊ ਨੂੰ ਰਿਟਰਨ ਕਰਨਾ। ਠੀਕ, तो v ਆਪਾਂ ਨੂੰ ਡਿਕਲੇਅਰ ਵੀ ਕਰਨਾ ਪਏਗਾ। ਆਪਾਂ ਨੂੰ ਸਭ ਤੋਂ ਪਹਿਲੇ ਨੰਬਰ ਤੇ ਲਿਖਣਾ ਪਏਗਾ ਇੰਟੀਜਰ v। ਠੀਕ ਹੈ ਸਰ ਮੈਂ ਇਹ ਕਹਿੰਦਾ ਸੀ ਜੀ, ਜੇ ਆਪਾਂ b ਨਹੀਂ ਰਿਟਰਨ ਕਰਨੀ ਫਿਰ ਤਾਂ ਆਪਾਂ ਟੌਪ ਗੱਲਾਂ ਮਾਈਨਸ ਹੀ ਕਰ ਸਕਦੇ ਹਾਂ ਨਾ ਜੀ। ਨਹੀਂ, ਰਿਟਰਨ ਕਿਉਂ ਨਹੀਂ ਕਰਨੀ? ਪੌਪ ਦਾ ਮਤਲਬ ਤਾਂ ਇਹੀ ਹੈ ਕਿ ਤੁਸੀਂ ਵੈਲਿਊ ਨੂੰ ਰੀਡ ਕਰਨਾ, ਉਹਦੇ ਵਿੱਚੋਂ ਕੱਢਣਾ ਹੈ। ਠੀਕ ਹੈ ਜੀ। ਪੌਪ ਦਾ ਮਤਲਬ ਦੇਖੋ, ਜਿਹੜਾ ਉਹਦਾ ਬਿਹੇਵੀਅਰ ਹੈ ਪੁਸ਼ ਐਂਡ ਪੌਪ। ਠੀਕ ਹੈ, ਪੌਪ ਦਾ ਮਤਲਬ ਕੀ ਹੈ ਕਿ ਸਟੈਕ ਦੇ ਵਿੱਚੋਂ ਵੈਲਿਊ ਨਿਕਲ ਕੇ ਆਣੀ ਚਾਹੀਦੀ ਹੈ, ਤਾਂ ਆਪਾਂ ਨੂੰ ਰਿਟਰਨ ਕਰਨੀ ਹੀ ਕਰਨੀ ਆ ਉਹ। ਠੀਕ ਹੈ ਜੀ। ਠੀਕ ਹੈ, ਔਰ ਪੌਪ ਦਾ ਮਤਲਬ ਆਪਣਾ ਪੁਸ਼ ਦਾ ਮਤਲਬ ਹੈ ਕਿ ਵੈਲਿਊ ਉਹਦੇ ਵਿੱਚ ਜਾਣੀ ਆ। ਠੀਕ ਹੈ, ਇਹ ਹੁਣ ਇਸ ਆਪਰੇਸ਼ਨ ਦਾ ਟਾਈਮ ਕੰਪਲੈਕਸਿਟੀ ਕੀ ਹੋਏਗੀ? ਇਹਦਾ ਵੀ ਕਾਂਸਟੈਂਟ ਹੀ ਹੋਊਗਾ। ਕਾਂਸਟੈਂਟ ਹੀ ਹੋਊ ਇਹਦੀ ਵੀ। ਕਾਂਸਟੈਂਟ ਹੈ, ਬਿਲਕੁਲ ਠੀਕ ਹੈ। ਸੋ ਇਟ ਇਜ਼ ਆਲਸੋ ਆਫ ਦੀ ਆਰਡਰ ਆਫ ਕਾਂਸਟੈਂਟ, ਬਿਕੋਜ਼ ਇਹਦੇ ਵਿੱਚ ਕੋਈ ਲੂਪ ਇਨਵੋਲਵਡ ਨਹੀਂ ਹੈ। ਸਾਰੀਆਂ ਸਟੇਟਮੈਂਟ ਜਿਹੜੀਆਂ ਨੇ ਸੇਮ ਟਾਈਮ ਲੈਣਗੀਆਂ, ਹਰ ਵਾਰ ਜਿੰਨੀ ਵਾਰ ਵੀ ਆਪਾਂ ਐਗਜ਼ੀਕਿਊਟ ਕਰਾਂਗੇ ਸੇਮ ਟਾਈਮ ਲੈਣਗੀਆਂ। ਠੀਕ, ਇਸੇ ਤਰ੍ਹਾਂ ਹੁਣ ਜਿਹੜਾ ਥਰਡ ਆਪਰੇਸ਼ਨ ਆਪਣਾ ਪੀਕ, ਸੋ ਆਪਾਂ ਅੰਡਰਫਲੋ ਵੀ ਇੰਪਲੀਮੈਂਟ ਕਰ ਲਿਆ ਇਹਦੇ ਵਿੱਚ, ਦਿਖ ਰਿਹਾ ਨਾ। ਸੋ ਆਹ ਲੌਜਿਕ ਹੈ ਅੰਡਰਫਲੋ ਦਾ। ਪੁਸ਼ ਆਪਰੇਸ਼ਨ ਦੇ ਅੰਦਰ ਆਪਾਂ ਲੌਜਿਕ ਲਗਾ ਲਿਆ ਸੀ ਓਵਰਫਲੋ ਦਾ। ਪੁਸ਼ ਆਪਰੇਸ਼ਨ ਵੀ ਇੰਪਲੀਮੈਂਟ ਹੋ ਗਿਆ, ਪੌਪ ਆਪਰੇਸ਼ਨ ਵੀ ਇੰਪਲੀਮੈਂਟ ਹੋ ਗਿਆ। ਇੱਕ ਆਪਰੇਸ਼ਨ ਰਹਿ ਗਿਆ, ਦੈਟ ਇਜ਼ ਪੀਕ। ਪੀਕ ਆਪਰੇਸ਼ਨ ਕਿਵੇਂ ਇੰਪਲੀਮੈਂਟ ਕਰੋਗੇ? ਹੁਣ ਪੀਕ ਆਪਰੇਸ਼ਨ ਦੇ ਵਿੱਚ ਕੀ ਹੋਣਾ ਚਾਹੀਦਾ ਹੈ? ਪੀਕ ਆਪਰੇਸ਼ਨ ਚ ਕੀ ਹੋਣਾ ਚਾਹੀਦਾ ਹੈ? ਸਾਰੀਆਂ ਵੈਲਿਊ ਚੈੱਕ ਕਰਨੀ। ਪੀਕ ਐਲੀਮੈਂਟ ਨੂੰ ਰਿਟਰਨ ਕਰੇਗਾ। ਟੌਪ ਦੇ ਵਿੱਚ ਵੈਲਿਊ ਕਿਹੜੀ ਪਈ ਹੈ ਸਿਰਫ ਉਹ ਦੇਖਣਾ ਆ, ਪਰ ਟੌਪ ਨੂੰ ਛੇੜਨਾ ਨਹੀਂ ਹੈ। ਠੀਕ ਹੈ, ਸੋ ਉਸੇ ਤਰ੍ਹਾਂ ਹੀ ਜੇ ਤਾਂ ਪਹਿਲਾਂ ਅੰਡਰਫਲੋ ਚੈੱਕ ਕਰ ਲਾਂਗੇ, ਇਫ ਟੌਪ ਇਜ਼ ਇਕੁਅਲ ਟੂ -1 ਫਿਰ ਤਾਂ ਅੰਡਰਫਲੋ ਹੈ, ਸੀ ਆਊਟ ਆ ਜਾਏਗਾ ਅੰਡਰਫਲੋ। ਨਹੀਂ ਤਾਂ ਐਲਸ ਆਪਾਂ v ਦੇ ਵਿੱਚ ਵੈਲਿਊ ਪਾਵਾਂਗੇ ਐਰੇ ਦੀ ਟੌਪ ਪੋਜੀਸ਼ਨ ਵਾਲੀ, ਔਰ ਉਹਨੂੰ ਰਿਟਰਨ ਕਰ ਦਾਂਗੇ। ਜਾਂ ਸਿੱਧਾ ਹੀ ਲਿਖ ਦੋ, v ਦੀ ਵੀ ਲੋੜ ਨਹੀਂ ਹੈ, ਆਪਾਂ ਲਿਖਾਂਗੇ ਰਿਟਰਨ a ਟੌਪ ਬਸ। ਠੀਕ ਹੈ, ਕੀ ਲਿਖਾਂਗੇ? ਰਿਟਰਨ a ਟੌਪ। ਤਾਂ ਟੌਪ ਜਿਸ ਪੋਜੀਸ਼ਨ ਨੂੰ ਪੁਆਇੰਟ ਕਰ ਰਿਹਾ, ਉਸ ਪੋਜੀਸ਼ਨ ਦੀ ਜੋ ਵੈਲਿਊ ਪਈ ਹੈ ਉਹ ਆਪਾਂ ਰਿਟਰਨ ਕਰਤੀ, ਔਰ ਟੌਪ ਨੂੰ ਨਹੀਂ ਛੇੜਿਆ। ਨਾ ਤਾਂ ਟੌਪ ਮਾਈਨਸ ਹੋਏਗਾ ਨਾ ਪਲੱਸ ਹੋਏਗਾ, ਕੁਝ ਨਹੀਂ ਹੋਣਾ, ਟੌਪ ਉੱਥੇ ਦਾ ਉੱਥੇ ਰਹਿ ਗਿਆ। ਠੀਕ ਹੈ, ਸੋ that is your peak operation, which is also of the order of constant value. So I hope ਸਾਰਾ ਕੁਝ ਕਲੀਅਰ ਹੈ ਹੁਣ। So that is all about stack class, all about stack class. ਠੀਕ ਹੈ, ਹੁਣ ਆਪਾਂ ਕਲਾਸ ਤਾਂ ਬਣਾ ਲਈ, ਪਰ ਹੁਣ ਇਹਨੂੰ ਆਪਾਂ ਇੰਪਲੀਮੈਂਟ ਕਿਵੇਂ ਕਰਨਾ, ਯੂਜ਼ ਕਿਵੇਂ ਕਰਨਾ ਹੈ? ਇਹ ਸਾਰੀ ਸਿਰਫ ਕਲਾਸ ਬਣਾਈ ਹੈ, ਇਹਨੂੰ ਆਪਾਂ ਹਲੇ ਯੂਜ਼ ਨਹੀਂ ਕੀਤਾ। ਯੂਜ਼ ਕਰਨ ਲਈ ਇਹ ਸਾਰੀ ਮੈਂ ਡਿਲੀਟ ਕਰ ਦਿੰਦਾ। ਯੂਜ਼ ਕਰਨ ਲਈ ਮੈਨੂੰ ਚਾਹੀਦਾ ਹੈ ਇੱਕ ਮੈਥਡ ਜਿਹਦਾ ਨਾਮ ਹੁੰਦਾ ਹੈ, ਲਾਸਟ ਦੇ ਵਿੱਚ ਮੈਂ ਇੱਥੇ ਸਾਰਾ ਲੌਜਿਕ ਲਗਾ ਦਾਂਗੇ ਇਹ ਵਾਲਾ। ਲਾਸਟ ਦੇ ਸਟੈਕ ਬੰਦ ਕਰਤੀ, ਫਿਰ ਮੈਂ ਚੂਜ਼ ਕਰਾਂਗਾ ਮੇਨ ਮੈਥਡ। ਮੇਨ ਮੈਥਡ ਦੇ ਵਿੱਚ ਮੈਂ ਸਟੈਕ ਨਾਮ ਦਾ ਇੱਕ ਆਬਜੈਕਟ ਕ੍ਰੀਏਟ ਕਰਾਂਗਾ S1। ਜਦੋਂ ਮੈਂ S1 ਕ੍ਰੀਏਟ ਕੀਤਾ, ਨਾਲ ਦੀ ਨਾਲ ਇੱਥੇ ਜਿਹੜਾ ਸਟੈਕ
ਕੰਸਟਰਕਟਰ ਸੀਗਾ ਉਹ ਐਗਜ਼ੀਕਿਊਟ ਹੋਇਆ। S1 ਵਾਸਤੇ ਮੈਮਰੀ ਦੇ ਵਿੱਚ ਇੱਕ ਐਰੇ A ਨਾਮ ਦੀ ਐਲੋਕੇਟ ਹੋ ਗਈ ਜਿਹਦੀ ਟਾਪ ਵੈਲਿਊ ਸੀਗੀ ਉਹ -1 ਹੋ ਗਈ। ਇਹ ਸਾਰਾ ਕੰਮ ਇਸ ਚੀਜ਼ ਦੇ ਨਾਲ ਹੋ ਗਿਆ, ਇੱਕ ਲਾਈਨ ਦੇ ਨਾਲ। ਠੀਕ ਹੈ, ਉਸ ਤੋਂ ਬਾਅਦ ਕੀ ਕਰਨਾ, S1 ਡਾਟ ਪੁਸ਼, ਮੈਂ 5 ਵੈਲਿਊ ਪੁਸ਼ ਕੀਤੀ, ਉਹਦੇ ਨਾਲ ਪੁਸ਼ ਆਪਰੇਸ਼ਨ ਕਾਲ ਹੋਏਗਾ, ਟਾਪ ਦੀ ਵੈਲਿਊ 1 ਇੰਕਰੀਮੈਂਟ ਹੋ ਜਾਏਗੀ, ਟਾਪ ਇੱਥੇ ਆ ਜਾਏਗਾ ਔਰ ਇਹਦੀ ਜਗ੍ਹਾ ਤੇ ਇੱਥੇ 5 ਫਿਟ ਹੋ ਜਾਏਗਾ। ਫਿਰ ਮੈਂ ਕਾਲ ਕੀਤਾ S1 ਡਾਟ ਪੁਸ਼ 9, ਫਿਰ ਇੱਥੇ ਟਾਪ ਇੰਕਰੀਮੈਂਟ ਹੋਏਗਾ, ਟਾਪ ਇੱਥੇ ਆ ਗਿਆ, ਇੱਥੇ ਵੈਲਿਊ 9 ਆ ਗਈ। ਫਿਰ ਇਸੇ ਤਰ੍ਹਾਂ S1 ਡਾਟ ਪੌਪ ਕਾਲ ਕੀਤਾ, ਪੌਪ ਕਾਲ ਕਰਨ ਨਾਲ ਕੀ ਹੋ ਗਿਆ, 9 ਵੈਲਿਊ ਇੱਥੋਂ ਨਿਕਲ ਕੇ ਰਿਟਰਨ ਹੋ ਗਈ। ਰਿਟਰਨ ਕਰਕੇ ਹੋਇਆ ਕੀ, ਔਰ ਟਾਪ ਵੈਲਿਊ ਜਿਹੜੀ ਆ ਇੱਥੇ ਆ ਗਈ ਵਾਪਸ। 9 ਵੈਲਿਊ ਇੱਥੇ ਰਿਟਰਨ ਹੋਈ ਬਟ ਉਹਨੂੰ ਮੈਂ ਕੈਚ ਹੀ ਨਹੀਂ ਕੀਤਾ। ਉਹਨੂੰ ਕੈਚ ਕਰਨ ਵਾਸਤੇ ਮੈਨੂੰ ਇੱਕ ਵੇਰੀਏਬਲ ਬਣਾਉਣਾ ਪਏਗਾ, ਇੰਟੀਜਰ x ਲਿਖ ਲੈਣਾ ਮੈਂ, तो मैं लिखांगा x इज इक्वल टू S1 डॉट पॉप। ਤਾਂ ਇੱਥੋਂ 9 ਵੈਲਿਊ ਨਿਕਲ ਕੇ ਆਈ ਤਾਂ ਉਹ ਮੇਰੇ x ਵੇਰੀਏਬਲ ਦੇ ਵਿੱਚ ਫਿਟ ਹੋ ਗਈ, ਉਹਨੂੰ ਮੈਂ ਇੱਥੇ ਪ੍ਰਿੰਟ ਕਰਾ ਸਕਦਾ cout x। तो ਇਹਦੇ ਨਾਲ ਕੀ ਹੋਏਗਾ, 9 ਜਿਹੜਾ ਹੈ ਮੇਰਾ ਮੋਨੀਟਰ ਤੇ ਪ੍ਰਿੰਟ ਹੋ ਜਾਏਗਾ। ਸਿਮਿਲਰਲੀ x इज इक्वल टू S1 डॉट पीक, जब मैं कॉल करांगा और उस तो बाद लिखांगा cout x, ਤਾਂ ਕੀ ਦਿਖੇਗਾ ਮੈਨੂੰ, ਕੀ ਦਿਖੇਗਾ, टॉप एलिमेंट टॉप ऑफ ਟੌਪ ਜੀ, ਟੌਪ ਦਿਖੂਗਾ ਜੀ। ਟਾਪ ਤੇ ਵੈਲਿਊ ਕਿਹੜੀ ਹੈ, ਪੀਕ ਕਰਨ ਨਾਲ ਕਿਹੜੀ ਵੈਲਿਊ ਦਿਖੇਗੀ, 5 ਜੀ 5 5 ਇੱਥੇ 5 ਪ੍ਰਿੰਟ ਹੋਏਗਾ, ਪਰ ਟਾਪ ਹੱਲੇ ਵੀ ਉੱਥੇ ਦਾ ਉੱਥੇ ਹੈ, ਟਾਪ ਚੇਂਜ ਨਹੀਂ ਹੋਇਆ। ਜੇ ਮੈਂ ਲਿਖਾਂਗਾ S1 ਡਾਟ A3 ਇਜ਼ ਇਕੁਅਲ ਟੂ 7, ਇਹ ਹੋਏਗਾ, ਕਿਉਂਕਿ ਇੱਥੇ ਮੇਰੇ ਕੋਲ ਦੋ ਵੇਰੀਏਬਲ ਹੈ A10 ਤੇ ਟਾਪ, ਦੋ ਵੇਰੀਏਬਲ ਹੈ ਨਾ ਮੇਰੇ ਕੋਲ ਗਿਣ ਬਣਾਏ ਹੋਏ ਸਟੈਕ ਦੇ ਅੰਦਰ। तो इस वेरिएबल ਨੂੰ ਅਸੈਸ ਕਰਨ ਲਈ ਮੈਂ ਡਾਟ ਨੋਟੇਸ਼ਨ ਲਗਾ ਲਈ, S1 ਡਾਟ A3 ਇਜ਼ ਇਕੁਅਲ ਟੂ 7, ਕੀ ਇਹ ਆਪਰੇਸ਼ਨ ਹੋਏਗਾ, ਪੋਸੀਬਲ ਹੈ, ਪ੍ਰਾਈਵੇਟ ਨਹੀਂ ਲੱਗਿਆ ਹੋਇਆ ਉਹਨਾਂ ਤੇ, ਹਾਂ ਲੱਗਿਆ ਹੋਇਆ, ਫਿਰ ਕੀ ਹੋਏਗਾ, ਫੇਰ ਤਾਂ ਨਹੀਂ ਹੋਣੇ ਜੀ। ਫਿਰ ਨਹੀਂ ਹੋਣਾ। ਠੀਕ ਹੈ, ਸੋ ਇਟ ਇਜ਼ ਸੇਮ ਥਿੰਗ, ਜਦੋਂ ਮੈਂ ਪਹਿਲਾਂ ਕਿਹਾ ਸੀਗਾ ਕਿ ਐਰੇ ਦੇ ਵਿੱਚੋਂ ਕੋਈ ਵੀ ਲੋਕੇਸ਼ਨ ਡਾਇਰੈਕਟਲੀ ਅਸੈਸੀਬਲ ਨਹੀਂ ਹੋਣੀ ਚਾਹੀਦੀ। ਜੋ ਡਾਇਰੈਕਟਲੀ ਅਸੈਸੀਬਲ ਹੋਗੀ ਫਿਰ ਤਾਂ ਸਾਰੇ ਸਟੈਕ ਦਾ ਬਿਹੇਵੀਅਰ ਜਿਹੜਾ ਉਹ ਸਾਰਾ ਗੜਬੜਾ ਗਿਆ, ਤੇ ਤਾਂ ਸਟੈਕ ਦਾ ਬਿਹੇਵੀਅਰ ਰਿਹਾ ਹੀ ਨਾ। ਠੀਕ ਹੈ, ਤਾਂ ਉਸ ਚੀਜ਼ ਨੂੰ ਆਪਾਂ ਕਿਵੇਂ ਰਿਸਟ੍ਰਿਕਟ ਕੀਤਾ, ਉਸ ਚੀਜ਼ ਨੂੰ ਰਿਸਟ੍ਰਿਕਟ ਕੀਤਾ ਇਹਨਾਂ ਵੇਰੀਏਬਲ ਨੂੰ ਪ੍ਰਾਈਵੇਟ ਬਣਾ ਕੇ, ਤਾਂ ਕਿ ਕੋਈ ਵੀ ਯੂਜ਼ਰ ਮੇਨ ਮੈਥਡ ਦੇ ਵਿੱਚ ਇਹੋ ਜਿਹੀ ਸਟੇਟਮੈਂਟ ਨਾ ਲਿਖ ਸਕੇ, ਔਰ ਜੇ ਕੋਈ ਲਿਖਦਾ ਹੈ ਤਾਂ ਉਹ ਚੇਂਜ ਨਹੀਂ ਹੋਣੀ ਚਾਹੀਦੀ। ਇੱਥੇ ਤੁਹਾਡੇ ਕੰਪਾਈਲਰ ਨੇ ਹੀ ਇਹਨੂੰ ਅਲਾਉ ਨਹੀਂ ਕਰਨਾ, ਤੁਹਾਡਾ ਪ੍ਰੋਗਰਾਮ ਨਹੀਂ ਚੱਲੇਗਾ। ਠੀਕ ਹੈ, ਇਸੇ ਤਰ੍ਹਾਂ ਜੇ ਮੈਂ ਲਿਖਾਂ S1 ਡਾਟ ਟਾਪ ਇਜ਼ ਇਕੁਅਲ ਟੂ 3, ਇਹ ਵੀ ਨਹੀਂ ਹੋਣਾ, ਕਿਉਂਕਿ ਟਾਪ ਵੇਰੀਏਬਲ ਵੀ ਮੇਰਾ ਪ੍ਰਾਈਵੇਟ ਵੇਰੀਏਬਲ ਹੈ, ਜਿਹਨੂੰ ਮੈਂ ਇਸ ਕਲਾਸ ਦੇ ਬਾਹਰੋਂ ਇੱਥੇ ਮੇਨ ਦੇ ਵਿੱਚ ਅਸੈਸ ਨਹੀਂ ਕਰ ਸਕਦਾ। ਕਲਾਸ ਦੇ ਅੰਦਰ ਅਸੈਸ ਹੋਣਗੇ, ਕਲਾਸ ਦੇ ਬਾਹਰ ਅਸੈਸ ਨਹੀਂ ਹੋਣਗੇ। ਠੀਕ ਹੈ, ਤਾਂ ਇਸ ਤਰ੍ਹਾਂ ਕਰਕੇ ਆਪਾਂ ਸਟੈਕ ਦੇ ਬਿਹੇਵੀਅਰ ਨੂੰ ਇੰਪਲੀਮੈਂਟ ਕਰਦੇ ਹਾਂ। ਜਿਹੜੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਆਪਾਂ ਰੋਕਦੇ ਹਾਂ, ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਉਹ ਸਿਰਫ ਤੇ ਸਿਰਫ ਕਲਾਸ ਦੇ ਅੰਦਰੋਂ ਹੋਣਗੀਆਂ। ਇੱਥੇ ਆਪਾਂ ਨੂੰ ਮੈਥਡ ਬਣਾਉਣੇ ਪੈਣਗੇ ਜਿਹੜੇ ਕਿ ਉਸ ਚੀਜ਼ ਨੂੰ ਇੰਪਲੀਮੈਂਟ ਕਰਦੇ ਆ, ਉਸਦੇ ਬਿਹੇਵੀਅਰ ਨੂੰ ਇੰਪਲੀਮੈਂਟ ਕਰਦੇ ਆ। ਠੀਕ ਹੈ, ਕੋਈ ਚੀਜ਼, ਕੋਈ ਡਾਊਟ, that is all from my side for the stack। ਕੋਈ ਚੀਜ਼ ਨਾ ਪਤਾ ਲੱਗੀ ਹੋਵੇ ਦੁਬਾਰਾ ਪੁੱਛ ਲਓ। ਇਹ ਪ੍ਰੋਗਰਾਮ ਤੁਸੀਂ ਇੰਪਲੀਮੈਂਟ ਕਰਕੇ ਆਪਣਾ ਚੈੱਕ ਕਰ ਲੈਣਾ, ਟੈਸਟਿੰਗ ਕਰ ਲੈਣੀ ਹੈ। ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਮੇਰੇ ਨਾਲ ਕੱਲ ਡਿਸਕਸ ਕਰ ਲਿਓ ਜਾਂ WhatsApp ਤੇ ਡਿਸਕਸ ਕਰ ਲਿਓ। ਠੀਕ ਹੈ, ਇਹਦੀ ਮੈਂ ਕੋਈ ਅਸਾਈਨਮੈਂਟ ਨਹੀਂ ਦਊਂਗਾ। ਹੁਣ ਸਟੈਕ ਦੀਆਂ ਐਪਲੀਕੇਸ਼ਨਸ ਆਣਗੀਆਂ, ਉਹਨਾਂ ਐਪਲੀਕੇਸ਼ਨ ਦੇ ਤੁਹਾਡੇ ਪ੍ਰੋਗਰਾਮ ਬਣਨਗੇ। ਇਹ ਪ੍ਰੋਗਰਾਮ ਉਹ ਪ੍ਰੋਗਰਾਮ ਤਾਂ ਬਣਨਗੇ ਜੇ ਪਹਿਲਾਂ ਆਹ ਵਾਲਾ ਪ੍ਰੋਗਰਾਮ ਤੁਸੀਂ ਬਣਾ ਕੇ ਦੇਖ ਲਓਗੇ ਔਰ ਇਹਦੀ ਚੈਕਿੰਗ ਕਰ ਲਓਗੇ, ਇਹਦੀ ਪ੍ਰੋਪਰਲੀ ਇੰਪਲੀਮੈਂਟੇਸ਼ਨ ਕਰ ਲਓਗੇ। तो ਜਦੋਂ ਤੁਸੀਂ ਕਲਾਸ ਬਣਾ ਰਹੇ ਹੋ ਉਦੋਂ ਤੁਸੀਂ ਡਿਵੈਲਪਰ ਵਾਲੀ ਸਾਈਡ ਤੇ ਖੜੇ ਹੋ, ਜਦੋਂ ਤੁਸੀਂ ਮੇਨ ਮੈਥਡ ਬਣਾ ਰਹੇ ਹੋ ਉਦੋਂ ਤੁਸੀਂ ਯੂਜ਼ਰ ਵਾਲੀ ਸਾਈਡ ਤੇ ਖੜੇ ਹੋ। ਇੱਥੇ ਮੈਂ ਸਟੈਕ ਦਾ S1 ਵੇਰੀਏਬਲ ਬਣਾਇਆ, ਸੋ ਆਈ ਐਮ ਯੂਜ਼ਿੰਗ ਦਾ ਐਬਸਟ੍ਰੈਕਸ਼ਨ ਆਫ ਸਟੈਕ। ਹੁਣ ਮੈਂ ਕੀ ਕਰਨਾ, S1 ਡਾਟ ਪੁਸ਼ ਨੂੰ ਕਾਲ ਕਰਨਾ। ਮੈਨੂੰ ਪਤਾ ਹੈ ਕਿ 5 ਵੈਲਿਊ ਪੁਸ਼ ਹੋ ਜਾਏਗੀ, ਹੋਏਗੀ ਕਿਵੇਂ, ਉਹ ਸਾਰਾ ਲੌਜਿਕ ਇੱਥੇ ਲਿਖਿਆ ਹੋਇਆ ਪੁਸ਼ ਦਾ, ਔਰ ਉਹਦੇ ਵਾਸਤੇ ਮੈਨੂੰ ਕੁਝ ਨਹੀਂ ਪਤਾ। ਉਹ ਜਿੰਨੇ ਸਟੈਕ ਡਿਵੈਲਪ ਕੀਤੀ, ਜਿੰਨੇ ਕਲਾਸ ਡਿਵੈਲਪ ਕੀਤੀ, ਉਹਨੂੰ ਪਤਾ ਹੋਣਾ ਚਾਹੀਦਾ, ਮੈਨੂੰ ਕੋਈ ਪਤਾ ਕਰਨ ਦੀ ਕੋਈ ਲੋੜ ਨਹੀਂ ਹੈ। ਮੈਨੂੰ ਤਾਂ ਇਹ ਪਤਾ ਹੈ ਕਿ ਜਦੋਂ ਮੈਂ S1 ਡਾਟ ਪੁਸ਼ ਕਾਲ ਕਰਾਂਗਾ ਤਾਂ ਮੇਰੀ 5 ਵੈਲਿਊ ਸਟੈਕ ਦੇ ਵਿੱਚ ਪੁਸ਼ ਹੋ ਜਾਏਗੀ।
ਜਦੋਂ ਮੈਂ s1.pop ਕਾਲ ਕਰਾਂਗਾ ਤਾਂ ਜਿਹੜੀ ਟੌਪ ਤੇ ਵੈਲਿਊ ਹੋਏਗੀ ਉਹ ਪੌਪ ਹੋ ਜਾਏਗੀ। ਉਹ ਕਿਵੇਂ ਹੋਏਗੀ, ਉਹ ਸਾਰਾ ਜਿਹੜਾ ਟੈਕਨੀਕ ਹੈਗੀ ਆ ਉਹ ਸਾਰੀ ਕਲਾਸ ਦੇ ਅੰਦਰ ਹੈ, ਤੇ ਜਿੰਨੇ ਉਹ ਕਲਾਸ ਬਣਾਈ ਹੈ ਉਹਨੂੰ ਪਤਾ ਹੈ, ਮੈਨੂੰ ਤੇ ਕੁਝ ਨਹੀਂ ਪਤਾ ਉਹਦੇ ਬਾਰੇ। ਠੀਕ ਹੈ, तो ਜਦੋਂ ਮੈਂ ਇੱਥੇ ਯੂਜ਼ ਕਰ ਰਿਹਾ ਤਾਂ ਇਹ ਮੇਰੀ ਐਬਸਟ੍ਰੈਕਸ਼ਨ ਹੈ, I am using abstract data type, but ਜਦੋਂ ਮੈਂ develop ਕਰ ਰਿਹਾ there is no abstraction, I must know about the implementation, only then I can create the stack।